ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਅਸੀਂ ਗੁਰਪੁਰਬ ਮਨਾ ਰਹੇ ਹਾਂ। ਪ੍ਰਕਾਸ਼ ਪੁਰਬ ਆ ਰਿਹਾ। ਇਹ ਐਸਾ ਸਮਾਂ ਹੁੰਦਾ ਹੈ ਜਿਸ ਟਾਈਮ ਅਸੀਂ ਜ਼ਿਆਦਾ ਤੋਂ ਜ਼ਿਆਦਾ ਸਾਧਨਾ ਕਰਕੇ, ਧਿਆਨ ਕਰਕੇ, ਬਾਣੀ ਨਾਲ ਜੁੜ ਕੇ ਆਪਣੀ ਊਰਜਾ ਵਧਾ ਸਕਨੇ ਆ। ਕਿਉਂਕਿ ਕੁਝ ਵਿਸ਼ੇਸ਼ ਜਿਹੜੇ ਦਿਨ ਹੁੰਦੇ ਨੇ ਇਹੋ ਜਿਹੇ ਗੁਰਪੁਰਬ ਦੇ, ਪੂਰਨਿਮਾ, ਅਮਾਵਸਿਆ, ਮੱਸਿਆ, ਉਸ ਟਾਈਮ ਧਰਤੀ ਤੇ ਖਾਸ ਊਰਜਾ ਆਉਂਦੀ ਹੈ ਤੇ ਜਿਹਨੂੰ ਉਸ ਊਰਜਾ ਦਾ ਲਾਭ ਲੈਣਾ ਆ ਜਾਏ ਤੇ ਉਹ ਬਹੁਤ ਜਲਦੀ ਅੱਗੇ ਵੱਧ ਜਾਂਦਾ ਹੈ। ਧਿਆਨ ਵਿੱਚ ਆਉਣ ਤੋਂ ਪਹਿਲੇ ਗੁਰਪੁਰਬ ਕਿਸ ਤਰ੍ਹਾਂ ਅਸੀਂ ਮਨਾਉਂਦੇ ਸੀ? ਗਏ, ਲੰਗਰ ਛਕਿਆ, ਗੁਰਦੁਆਰੇ ਮੱਥਾ ਟੇਕਿਆ, ਬਸ ਹੋ ਗਿਆ ਲੰਗਰ ਛਕ ਕੇ। ਬਹੁਤ ਸਵਾਦ ਲੰਗਰ ਸੀ। ਆਗੇ ਘਰ ਬਾਣੀ ਕੀ ਪੜੀ ਜਾ ਰਹੀ ਹੈ, ਗੁਰੂ ਦੇ ਸ਼ਬਦ ਕੀ ਕਹਿ ਰਿਹਾ, ਕੋਈ ਉਹਦਾ ਨਹੀਂ। ਉਸ ਟਾਈਮ ਜਾਣਾ ਜਿਸ ਟਾਈਮ ਲੰਗਰ ਸ਼ੁਰੂ ਹੋਣ ਵਾਲਾ ਹੁੰਦਾ ਸੀ, ਮੱਥਾ ਟੇਕਿਆ। ਸਭ ਤੋਂ ਪਹਿਲੇ ਸਾਨੂੰ ਖੜੇ ਨਾ ਹੋਣਾ ਪਏ ਲੰਗਰ ਵਾਸਤੇ, ਅਸੀਂ ਅੰਦਰ ਚਲੇ ਜਾਈਏ, ਲੰਗਰ ਛਕ ਕੇ ਆਰਾਮ ਨਾਲ ਅਸੀਂ ਘਰ ਵਾਪਸ ਆ ਜਾਈਏ। ਔਰ ਸਾਡੇ ਘਰ ਤੇ ਨਹੀਂ ਇੰਨਾ ਹੁੰਦਾ ਸੀ, ਪਰ ਜ਼ਿਆਦਾਤਰ ਰਾਤ ਦਾ ਵੀ ਨਾਲ ਹੀ ਲੈ ਆਈਦਾ ਸੀ। ਜਾਣ ਪਹਿਚਾਣ ਤੇ ਹੁੰਦੀ ਸੀ ਗੁਰਦੁਆਰੇ, ਤੇ ਰਾਤ ਦਾ ਵੀ ਨਾਲ ਹੀ ਲੈ ਆਣਾ, ਡੋਲ ਭਰ ਕੇ ਦਾਲ ਸਬਜੀ, ਕਿ ਰਾਤੀ ਵੀ ਇਹੀ ਖਾਵਾਂਗੇ। ਤੇ ਪਤਰੀ ਸਰ ਦਾ ਸ਼ੁਕਰਾਨਾ ਹੈ ਕਿ ਉਹਨਾਂ ਨੇ ਸਾਡੀ ਬੁੱਧੀ ਜਿਹੜੀ ਟੇੜੀ ਸੀ ਥੋੜੀ ਸਿੱਧੀ ਕੀਤੀ, ਧਿਆਨ ਸਿਖਾ ਕੇ ਕਿ ਕਿਹੜੇ ਪਾਸੇ ਜਾ ਰਹੇ ਹੋ ਔਰ ਕਿਹੜੇ ਪਾਸੇ ਜਾਣਾ। ਸੋ ਅੱਜ ਬਹੁਤ ਇਹਨਾਂ ਚੀਜ਼ਾਂ ਤੇ ਵਿਚਾਰ ਕਰੀ ਦੀਏ ਤੇ ਬਹੁਤ ਹੈਰਾਨੀ ਹੁੰਦੀ ਹੈ ਕਿ ਜੋ ਚੀਜ਼ਾਂ ਪਤਰੀ ਸਰ ਨੇ ਸਾਨੂੰ ਬਹੁਤ ਸੌਖੇ ਤਰੀਕੇ ਨਾਲ ਸਮਝਾ ਦਿੱਤੀਆਂ, ਉਹ ਹੁਣ ਸਮਝ ਆਉਂਦੀ ਹੈ ਕਿ ਉਹ ਤੇ ਸਾਰੇ ਧਰਮ ਗ੍ਰੰਥਾਂ ਦਾ ਸਾਰ ਹੈ। ਤੇ ਉਹ ਅਗਰ ਅਸੀਂ ਪਕੜ ਲਿਆ ਤੇ ਫਿਰ ਸਾਨੂੰ ਨਵੇਂ ਸਿਰੇ ਤੋਂ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ ਸਾਰੀ, ਕਿ ਕੀ ਕਰੀਏ, ਕਿਸ ਤਰ੍ਹਾਂ ਕਰੀਏ। ਪਹਿਲੇ ਜ਼ਮਾਨੇ 'ਚ ਲੋਕੀ ਕਈ ਤਰ੍ਹਾਂ ਦੀਆਂ ਸਾਧਨਾ ਕਰਦੇ ਸੀ, ਤਾਂ ਜਾ ਕੇ ਸਾਰੀ ਜ਼ਿੰਦਗੀ ਜਨਮ ਲਗਾ ਕੇ ਕਈ ਇਸ ਨਤੀਜੇ ਤੇ ਪਹੁੰਚਦੇ ਸੀ ਕਿ ਸਵਾਸਾਂ ਨਾਲ ਧਿਆਨ ਕਰਨਾ ਆਖਰੀ। ਤੇ ਸਾਨੂੰ ਪਤਾ ਨਹੀਂ ਪਿਛਲੇ ਜਨਮਾਂ 'ਚ ਕੁਝ ਕੀਤਾ ਹੋਏਗਾ, ਨਹੀਂ ਪਤਾ, ਪਰ ਇਸ ਜਨਮ ਵਿੱਚ ਸਿੱਧਾ ਹੀ ਪਹੁੰਚ ਗਏ ਕਿ ਸਵਾਸਾਂ ਨਾਲ ਧਿਆਨ ਕਰਨਾ। ਔਰ ਜਿਨ੍ਹਾਂ ਨੇ ਵੀ ਕੀਤਾ ਉਹਦਾ ਲਾਭ ਤੇ ਦੇਖ ਹੀ ਰਹੇ ਨੇ। ਸੋ ਅਸੀਂ ਕੱਲ ਨਾਮਦੇਵ ਜੀ ਦਾ ਗੁਰਪੁਰਬ ਮਨਾਇਆ, ਔਰ ਅਸੀਂ ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸਿਧਾਂਤ ਹੈ, ਨਾਮ ਜਪੋ, ਕਿਰਤ ਕਰੋ, ਵੰਡ ਛਕੋ। ਨਾਮ ਜਪੋ ਤੇ ਅਸੀਂ ਗੱਲ ਕੀਤੀ, ਵਿਚਾਰ ਕੀਤੀ, ਕਿਰਤ ਕਰੋ ਤੇ ਵੀ ਕੀਤੀ। ਅੱਜ ਅਸੀਂ ਵੰਡ ਛਕੋ ਤੇ ਵਿਚਾਰ ਕਰਾਂਗੇ ਕਿ ਵੰਡ ਛਕੋ ਦੇ ਬਾਰੇ ਚ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਕੀ ਦੱਸਿਆ, ਕੀ ਸਿਧਾਂਤ ਦਿੱਤਾ ਹੈ। ਕੱਲ ਤਾਰਨ ਗੁਰੂ ਨਾਨਕ ਆਇਆ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਿੱਖਾਂ ਨੂੰ ਜੋ ਸਿੱਖੀਜ਼ਮ ਦੇ, ਸਿੱਖੀਜ਼ਮ ਨਹੀਂ ਕਹਿਣਾ ਚਾਹੀਦਾ ਵੈਸੇ, ਜੋ ਵੀ ਕੋਈ ਸਿੱਖਣ ਲਈ ਤਿਆਰ ਹੈ, ਕਿਸੇ ਵੀ ਧਰਮ ਦਾ, ਜਾਤੀ ਦਾ, ਕੋਈ ਵੀ ਹੋ ਸਕਦਾ ਹੈ, ਉਹਨਾਂ ਲਈ ਇਹ ਸਿਧਾਂਤ ਹੈ। ਅਸਲ ਵਿੱਚ ਇਹ ਜੀਵਨ ਜੀਣ ਦਾ ਸਿਧਾਂਤ ਹੈ। ਹਰ ਇੱਕ ਬੰਦੇ ਨੂੰ ਆਪਣਾ ਜੀਵਨ ਐਸੇ ਢੰਗ ਨਾਲ ਜੀਣਾ ਚਾਹੀਦਾ ਹੈ। ਔਰ ਤੁਸੀਂ ਦੇਖੋ ਅਗਰ ਆਪਣੇ ਆਸ-ਪਾਸ ਨਾ, ਤੇ ਜਿਹੜੇ ਗਰੀਬ ਲੋਕ ਹੁੰਦੇ ਨੇ ਨਾ, ਉਹ ਇਹਨਾਂ ਚੀਜ਼ਾਂ ਨੂੰ, ਚਾਹੇ ਉਹਨਾਂ ਨੂੰ ਸਿਧਾਂਤ ਪਤਾ ਜਾਂ ਨਹੀਂ ਪਤਾ, ਪਰ ਉਹ ਇਹਨਾਂ ਚੀਜ਼ਾਂ ਦਾ ਬਹੁਤ ਪਾਲਨ ਕਰਦੇ ਨੇ, ਡਰਦੇ ਨੇ ਇਹਨਾਂ ਚੀਜ਼ਾਂ ਤੋਂ ਕਿ ਅਸੀਂ ਕਿਸੇ ਦਾ ਹੱਕ ਨਹੀਂ ਮਾਰਨਾ, ਅਸੀਂ ਚੋਰੀ ਨਹੀਂ ਕਰਨੀ, ਅਸੀਂ ਮਿਹਨਤ ਨਾਲ ਕਮਾਣਾ ਹੈ, ਔਰ ਅਗਰ ਸਾਡੇ ਕੋਲ ਕੁਝ ਹੈ ਤੇ ਅਸੀਂ ਕਿਸੇ ਨੂੰ ਦੇਣਾ, ਵੰਡ ਕੇ ਛਕਣਾ ਹੈ। ਮੈਂ ਤੇ ਬਹੁਤ ਹੈਰਾਨ ਹੁੰਦੀ ਹਾਂ ਕਿ ਜਿਹੜੇ ਸਾਡੇ ਕੰਮ ਵਾਲੇ ਹੁੰਦੇ ਨੇ, ਮੇਰੀ ਜਿਹੜੀ ਮੇਡ ਹੈ, ਉਹ ਵੀ ਇਹੋ ਸਭ ਚੀਜ਼ਾਂ ਕਰਦੀ ਹੈ। ਉਹਨੂੰ ਇਹ ਨਹੀਂ ਪਤਾ ਕਿ ਇਹ ਸਿਧਾਂਤ ਨੇ, ਮੈਂ ਸਿਧਾਂਤ ਦਾ ਪਾਲਨ ਕਰ ਰਹੀ ਹਾਂ। ਹੁਣ ਤੁਸੀਂ ਦੇਖੋ, ਜਿਹੜੀ ਕੋਈ ਨਾਮ ਇੰਨਾ ਮਸ਼ਹੂਰ ਹੋ ਜਾਂਦਾ, ਜਿਹੜੇ ਕੋਈ ਮੇਡ ਵੀ ਹੁੰਦੀ ਹੈ, ਨੌਕਰਾਨੀਆਂ ਵੀ ਕੰਮ-ਕਾਰ ਕਰਦੀਆਂ ਨੇ, ਤੇ ਜਿਹੜੀ ਇਮਾਨਦਾਰ ਹੁੰਦੀ ਹੈ ਨਾ, ਫਿਰ ਹਰ ਕੋਈ ਉਹਨੂੰ ਹੀ ਲਗਾਉਣਾ ਚਾਹੁੰਦਾ ਹੈ। ਔਰ ਉਹ ਜਿਹੜੀ ਇਮਾਨਦਾਰੀ ਕਿੱਥੋਂ ਆਉਂਦੀ? ਇਮਾਨਦਾਰੀ ਇੱਥੋਂ ਆਉਂਦੀ ਹੈ ਕਿ ਵੀ ਮੈਂ ਚੋਰੀ ਨਹੀਂ ਕਰਨੀ ਕਿਸੇ ਦੀ, ਜੋ ਜਿਹਦਾ ਅਗਰ ਮਿਲਿਆ ਵੀ ਘਰੋਂ ਪੈਸੇ ਵੀ ਮਿਲੇ, ਉਹ ਰੱਖ ਕੇ ਚਲੀ ਜਾਂਦੀ ਕਿ ਤੁਹਾਡੇ ਪੈਸੇ ਗਿਰੇ ਹੋਏ ਸੀ, ਮਿਲੇ ਮੈਨੂੰ। ਹੁਣ ਉਹ ਜਿਹੜਾ, ਔਰ ਉਹਨਾਂ ਨੂੰ ਇੰਨੀ ਸ਼ਾਂਤੀ ਰਹਿੰਦੀ ਹੈ ਇਸ ਚੀਜ਼ ਦੀ ਕਿ ਅਸੀਂ ਕੋਈ ਗਲਤ ਕੰਮ ਨਹੀਂ ਕੀਤਾ, ਔਰ ਹਰ ਕੋਈ ਫਿਰ ਉਹਨਾਂ ਨੂੰ ਲਗਾਉਣਾ ਚਾਹੁੰਦਾ ਹੈ ਕਿ ਵੀ ਇਹਦਾ ਤੇ ਬੜਾ ਇਮਾਨਦਾਰ ਬੜੀ ਹੈ, ਘਰ ਵੀ ਇਹਦੇ ਸਿਰ ਤੇ ਛੋੜ ਕੇ ਚਲੇ ਜਾਓ। ਔਰ ਮੈਂ ਕਿੰਨੀ ਵਾਰ ਦੇਖਿਆ ਕਿ ਉਹਨੂੰ ਅਸੀਂ ਜੋ ਵੀ ਦਿੰਨੇ ਆ, ਖਾਣ ਲਈ ਦਿੰਨੇ ਆ ਜਾਂ ਕੱਪੜੇ ਦਿੰਨੇ ਆ, ਜੋ ਵੀ ਦਿੰਨੇ ਆ, ਉਹ ਸਾਰੇ ਘਰ ਨਹੀਂ ਲੈ ਕੇ ਜਾਂਦੀ, ਉਹ ਰਸਤੇ ਚ ਅੱਧੇ ਵੱਢ ਜਾਂਦੀ, ਜਿਹੜੀਆਂ ਉਹਦੇ ਆਪਣੀ ਸਹੇਲੀਆਂ ਜੋ ਵੀ ਹੁੰਦੀਆਂ, ਕਹਿੰਦੀ ਇਹ ਤੁਸੀਂ ਵੀ ਲੈ ਲਓ, ਵੱਢ ਕੇ ਜਾਂਦੀ। ਮੈਂ ਇੰਨੀ ਹੈਰਾਨ ਹੁੰਦੀ ਆ ਦੇਖ ਕੇ ਕਿ ਇਹਨੂੰ ਤੇ ਨਹੀਂ ਪਤਾ ਸਿਧਾਂਤ ਹੈ ਦਿੱਤੇ ਨੇ ਸਾਨੂੰ ਗੁਰੂ ਨਾਨਕ ਦੇਵ ਜੀ ਨੇ,
लेकिन वो ਆਟੋਮੈਟਿਕਲੀ कर रही है। ਤੇ ਹਰ ਇੱਕ ਇਨਸਾਨ ਨੂੰ ਇਹਨਾਂ ਸਿਧਾਂਤਾਂ ਦਾ ਪਾਲਣ ਕਰਨਾ ਚਾਹੀਦਾ, ਚਾਹੇ ਉਹ ਧਰਮ ਦੇ ਰਸਤੇ ਤੇ ਚੱਲ ਰਿਹਾ ਜਾਂ ਉਹਨੂੰ ਕੁਝ ਵੀ ਨਹੀਂ ਪਤਾ ਧਰਮ ਦਾ। ਹੁਣ ਅਸੀਂ ਜਿਸ ਤਰ੍ਹਾਂ ਕਿਰਤ ਕਰੋ ਵਾਲੇ ਜਿਹੜਾ ਅਸੀਂ ਪਹਿਲਾ ਸਿਧਾਂਤ ਲਿਆ, ਤੇ ਜਿਹੜੇ ਇਮਾਨਦਾਰੀ ਨਾਲ ਆਪਣਾ ਧਰਮ ਦੀ ਕਮਾਈ ਕਰਦੇ ਸੀ, ਗੁਰੂ ਨਾਨਕ ਦੇਵ ਜੀ ਉੱਥੇ ਚੱਲ ਕੇ ਜਾਂਦੇ ਸੀ। ਔਰ ਗੁਰੂ ਨਾਨਕ ਦੇਵ ਜੀ ਨੇ ਆਪ ਵੀ ਮੋਦੀਖਾਨਾ ਚਲਾਇਆ, ਮੋਦੀਖਾਨੇ ਤੇ ਬੈਠ ਕੇ ਉਹਨਾਂ ਨੇ ਕੰਮ ਕੀਤਾ। 13 ਤੋਲਿਆ ਤੁਸੀਂ ਸਾਰਾ ਜਾਣਦੇ ਹੋ। ਔਰ ਵੰਡ ਛਕਣਾ, ਇਹ ਦੋਨੋਂ ਜੁੜੇ, ਇਹ ਤਿੰਨੋਂ ਸਿਧਾਂਤ ਇੱਕ ਦੂਸਰੇ ਨਾਲ ਜੁੜੇ ਹੋਏ ਨੇ। ਕਿ ਵੰਡ ਛਕਣਾ, ਉਹਨਾਂ ਨੇ 13 ਕਰਕੇ ਪੂਰੀ ਹੱਟ ਲੁਟਾ ਦਿੱਤੀ। ਔਰ ਫਿਰ ਜਿਹੜੇ ਈਰਸ਼ਾ ਕਰਨ ਵਾਲੇ ਸੀ, ਉਹਨਾਂ ਨੇ ਸ਼ਿਕਾਇਤ ਕੀਤੀ ਕਿ ਤੇਰੀ ਸਾਰੀ ਹੱਟ, ਸੁਲਤਾਨ ਲੋਧੀ ਨੂੰ ਸ਼ਿਕਾਇਤ ਕੀਤੀ, ਤੇਰੀ ਸਾਰੀ ਹੱਟ ਦੌਲਤ ਖਾਨ ਨੂੰ ਕਿਹਾ ਕਿ ਲੁਟਾ ਦਿੱਤੀ ਹੈ। ਤੇ ਜਿਸ ਵੇਲੇ ਹਿਸਾਬ ਹੋਇਆ ਤੇ ਹਰ ਵਾਰ ਗੁਰੂ ਨਾਨਕ ਦੇਵ ਜੀ ਦੇ ਪੈਸੇ ਵਾਧੂ ਨਿਕਲਦੇ ਸੀ। ਤੇ ਉਹ ਹੈਰਾਨ ਹੁੰਦਾ ਸੀ ਕਿ ਤੁਸੀਂ ਇੰਨਾ ਵੰਡਦੇ ਹੋ, ਲੋਕੀ ਇੰਨਾ ਕਹਿੰਦੇ ਨੇ ਮੈਨੂੰ ਆ ਕੇ ਕਿ ਦੁਕਾਨ ਲੁਟਾ ਦਿੱਤੀ, ਫਿਰ ਜਦੋਂ ਵੀ ਹਿਸਾਬ ਕਰੀਦਾ ਤੁਹਾਡੇ ਪੈਸੇ ਵੱਧਦੇ ਨੇ। ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ, ਜਿਸ ਵੇਲੇ ਪਰਮਾਤਮਾ ਦੇ ਨਾਮ ਤੇ ਅਸੀਂ ਦਿੰਦੇ ਆ ਨਾ, ਤੇ ਕੋਈ ਘਾਟਾ ਨਹੀਂ ਪੈਂਦਾ, ਪਰਮਾਤਮਾ ਬਰਕਤ ਪਾਉਂਦਾ ਹੈ। ਤੇ ਅਗਰ ਕੋਈ ਇਹਨਾਂ ਸਿਧਾਂਤਾਂ ਦਾ ਪਾਲਨ ਕਰਦਾ ਹੈ ਤੇ ਫਿਰ ਉਹਨੂੰ ਆਪਣੇ ਆਪ ਹੀ ਨਾਮ ਉਹਦੇ ਅੰਦਰੋਂ ਚੱਲਣ ਲੱਗ ਜਾਂਦਾ, ਨਾਮ ਵੱਲ ਉਹਦੀ ਸੁਰਤੀ ਆਪਣੇ ਆਪ ਜੁੜ ਜਾਂਦੀ ਹੈ। ਹੁਣ ਵੰਡ ਛਕੋ, ਕਿ ਜੋ ਵੀ ਤੁਹਾਡੇ ਕੋਲ ਹੈ ਉਹਨੂੰ ਵੰਡ ਕੇ ਛਕੋ। ਹੁਣ ਇਹ ਬਹੁਤ ਗਹਿਰਾ ਸਿਧਾਂਤ ਹੈ, ਅਸੀਂ ਇਹਨੂੰ ਬਹੁਤ ਛੋਟਾ ਕਰ ਲਿਆ ਕਿ ਗੁਰਪੁਰਬ ਹੋਏਗਾ ਲੰਗਰ ਲਗਾਓ ਔਰ ਵੰਡ ਕੇ ਛਕੋ। ਅਸੀਂ ਸਿਰਫ ਉਹ ਅੰਨ ਤੱਕ ਹੀ ਸੀਮਿਤ ਕਰ ਦਿੱਤਾ ਇਸ ਸਿਧਾਂਤ ਨੂੰ ਕਿ ਗੁਰਪੁਰਬ ਹੋਏਗਾ ਲੰਗਰ ਲਗਾਓ, ਸਟਾਲ ਲਗਾਓ, ਵਧੀਆ ਤੋਂ ਵਧੀਆ ਖਾਣਾ ਰੱਖੋ ਔਰ ਸਾਰਿਆਂ ਨੂੰ ਖਵਾਓ, ਗਰੀਬਾਂ ਨੂੰ ਖਵਾਓ, ਵੰਡ ਕੇ ਛਕੋ। ਲੇਕਿਨ ਗੁਰੂ ਨਾਨਕ ਦਾ ਇਹ ਸਿਧਾਂਤ ਨਹੀਂ ਹੈ ਜਿਹੜਾ ਅਸੀਂ ਪਕੜ ਲਿਆ। ਵੰਡ ਛਕੋ ਦਾ ਜਿਹੜਾ ਸਿਧਾਂਤ ਹੈ ਗੁਰੂ ਨਾਨਕ ਦੇਵ ਜੀ ਦਾ, ਉਹਨਾਂ ਨੇ ਜਿਸ ਵੇਲੇ ਸੱਚਾ ਸੌਦਾ ਕੀਤਾ ਤੇ ਉਹਨਾਂ ਨੇ ਜਾ ਕੇ ਭਿਖਾਰੀਆਂ ਨੂੰ ਨਹੀਂ ਛਕਾਇਆ, ਭਿਖਾਰੀਆਂ ਨੂੰ ਲੰਗਰ ਨਹੀਂ ਖਵਾਇਆ। ਉਹਨਾਂ ਨੇ ਉਹ ਜਿਹੜੇ ਸੰਤੋਖੀ ਸਾਧੂ ਸੀ, ਜਿਹੜੇ ਜੰਗਲ 'ਚ ਬੈਠ ਕੇ ਤਪੱਸਿਆ ਕਰ ਰਹੇ ਸੀ ਔਰ ਉਹਨਾਂ ਨੂੰ ਕੋਈ ਚਾਹ ਹੀ ਨਹੀਂ ਸੀ ਸੰਸਾਰ ਦੀ, ਅਗਰ ਮਿਲਿਆ ਤੇ ਖਾ ਲਿਆ, ਜੇ ਕਈ ਦਿਨ ਨਹੀਂ ਮਿਲਿਆ ਤੇ ਨਹੀਂ ਖਾਤਾ। ਤੇ ਜਿਸ ਵੇਲੇ ਗੁਰੂ ਨਾਨਕ ਦੇਵ ਜੀ 20 ਰੁਪਏ ਲੈ ਕੇ ਗਏ ਔਰ ਰਸਤੇ 'ਚ ਉਹਨਾਂ ਨੇ ਉਹਨਾਂ ਸਾਧੂਆਂ ਨੂੰ ਦੇਖਿਆ ਤੇ ਉਹਨਾਂ ਨੇ ਫਿਰ ਭਾਈ ਬਾਲਾ ਨੂੰ ਕਿਹਾ ਕਿ ਇਹਨਾਂ ਨੂੰ ਅਸੀਂ ਗੱਲਬਾਤ ਕਰਨੇ ਆ ਜਾ ਕੇ। ਤੇ ਉਹਨਾਂ ਨੇ ਜਿਹੜਾ ਸਾਧੂਆਂ ਦਾ ਹੈੱਡ ਸੀ ਉਹਨੂੰ ਪੁੱਛਿਆ ਕਿ ਤੁਹਾਡਾ ਨਾਮ ਕੀ ਹੈ, ਤੇ ਉਹਨਾਂ ਨੇ ਕਿਹਾ ਮੇਰਾ ਨਾਮ ਸੰਤ ਰੇ ਨੇ। ਤੇ ਗੁਰੂ ਨਾਨਕ ਦੇਵ ਜੀ ਨਾਮ ਸੁਣ ਕੇ ਬਹੁਤ ਖੁਸ਼ ਹੋ ਗਏ। ਤੇ ਉਹਨਾਂ ਨੇ ਕਿਹਾ ਵੀ ਤੁਸੀਂ ਵਸਤਰ ਨਹੀਂ ਪਾਉਂਦੇ ਹੋ, ਨੰਗੇ ਇਸ ਤਰ੍ਹਾਂ ਰਹਿੰਦੇ ਹੋ, ਨਿਰਵਸਤਰ ਰਹਿੰਦੇ ਹੋ, ਔਰ ਕੀ ਤੁਸੀਂ ਕੁਝ ਖਾਂਦੇ ਪੀਂਦੇ ਵੀ ਨਹੀਂ ਹੋ। ਤੇ ਉਹਨਾਂ ਨੇ ਕਿਹਾ ਜੇ ਨਿਰੰਕਾਰ ਭੇਜਦਾ ਤੇ ਖਾਂਦੇ ਆ, ਤੇ ਨਹੀਂ ਤੇ ਸਾਡਾ ਵਰਤ ਲੱਗਾ ਰਹਿੰਦਾ, ਔਰ ਅੱਜ 7 ਦਿਨ ਹੋ ਗਏ ਸਾਡਾ ਵਰਤ ਹੀ ਹੈ। ਤੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਪੈਸੇ 20 ਰੁਪਏ ਦਿੱਤੇ। ਤੇ ਉਹਨਾਂ ਨੇ ਕਿਹਾ ਸਾਨੂੰ ਪੈਸੇ ਨਹੀਂ ਚਾਹੀਦੇ। ਤੇ ਫਿਰ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਪੁੱਛਿਆ ਕਿ ਜੇ ਮੈਂ ਕੁਝ ਖਾਣ ਪੀਣ ਲਈ ਲੈ ਕੇ ਆਵਾਂ ਤੇ ਤੁਸੀਂ ਲੋਗੇ, ਪ੍ਰਵਾਨ ਕਰੋਗੇ? ਉਹਨਾਂ ਨੇ ਕਿਹਾ ਹਾਂ। ਤੇ ਫਿਰ ਉਹਨਾਂ ਨੇ ਕਿਹਾ ਕਿ ਇਹ ਨਿਰੰਕਾਰ ਹੀ ਸਾਡੀ ਖਬਰ ਲੈਣ ਆਇਆ, ਕਿਉਂਕਿ ਅੱਜ ਇਹਨਾਂ ਸਾਰੇ ਸਾਧੂਆਂ ਨੂੰ ਭੁੱਖੇ 7 ਦਿਨ ਹੋ ਗਏ ਨੇ, ਅੱਜ ਪਰਮਾਤਮਾ ਆਪ ਹੀ ਸਾਡੀ ਖਬਰ ਲੈਣ ਆਇਆ। ਤੇ ਫਿਰ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਉੱਥੇ ਉਹ ਲੰਗਰ ਛਕਾਇਆ, ਲਿਆ ਕੇ ਰਸਦ ਲਿਆ ਕੇ ਲੰਗਰ ਛਕਾਇਆ ਤੇ ਉਹਨਾਂ ਨੇ ਵਾਪਸ ਆ ਗਏ। ਤੇ ਫਿਰ ਪਿਤਾ ਕਾਲੂ ਨੂੰ ਪਤਾ ਚੱਲਿਆ ਕਿ ਮੈਂ ਸੱਚਾ ਸੌਦਾ ਕਰਨ ਵਾਸਤੇ ਕਿਹਾ ਸੀ ਤੇ ਸੌਦਾ ਤੇ ਕੁਝ ਕਰਕੇ ਨਹੀਂ ਆਏ, ਸਾਰੇ ਪੈਸੇ ਸਾਧੂਆਂ ਨੂੰ ਖਵਾ ਕੇ ਆ ਗਏ ਨੇ। ਤੇ ਪਿਤਾ ਕਾਲੂ ਨੇ ਚਪੇੜਾਂ ਵੀ ਮਾਰੀਆਂ, ਕਿਉਂਕਿ ਇਹ ਲੀਲਾ ਸੀ ਉਹਨਾਂ ਦੀ। ਸਮਝ ਨਹੀਂ, ਮਾਤਾ ਪਿਤਾ ਨੂੰ ਮੋਹ ਦਾ ਪਰਦਾ ਪੈ ਜਾਂਦਾ ਸੀ, ਸਮਝ ਨਹੀਂ ਸੀ ਆਂਦੀ ਕਿ ਇਹ ਇਸ ਤਰ੍ਹਾਂ ਕਿਉਂ ਕਰ ਰਹੇ ਨੇ। ਔਰ ਉਹ ਜਿਹੜਾ 20 ਰੁਪਏ ਦਾ ਸਮਝੋ FD ਗੁਰੂ ਨਾਨਕ ਦੇਵ ਜੀ ਨੇ ਕੀਤੀ, ਉਹ ਅੱਜ ਤੱਕ ਲੰਗਰ ਚੱਲ ਰਿਹਾ। ਲੰਗਰ ਵਿੱਚ ਕੋਈ ਅਮੀਰ ਗਰੀਬ ਛੋਟਾ ਵੱਡਾ ਨਹੀਂ ਹੈ, ਪੰਗਤ ਵਿੱਚ ਬੈਠ ਕੇ ਸਾਰੇ ਲੰਗਰ ਛਕਦੇ ਨੇ। ਲੰਗਰ 'ਚ ਕੋਈ ਭੇਦ ਭਾਵ ਨਹੀਂ ਹੈ ਕਿ ਇਹਨੂੰ ਜ਼ਿਆਦਾ ਦੇਣਾ, ਇਹਨੂੰ ਘੱਟ ਦੇਣਾ। ਔਰ ਅਗਰ ਕੋਈ ਕਰਦਾ ਹੈ ਤੇ ਫਿਰ ਉਹ ਕਰਮ ਉਹਨੂੰ ਭੋਗਣੇ ਪੈਂਦੇ ਨੇ। ਤੇ ਜਿਸ ਵੇਲੇ ਗੁਰੂ ਨਾਨਕ ਦੇਵ ਜੀ ਸਾਰੀਆਂ ਉਦਾਸੀਆਂ ਕਰਕੇ ਆਖਰੀ ਆਪਣੇ ਘਰ ਟਿਕੇ ਕਰਤਾਰਪੁਰ, ਜੋ ਅੱਜ ਕੱਲ ਪਾਕਿਸਤਾਨ ਵਿੱਚ ਹੈ, ਤਾਂ ਫਿਰ ਗੁਰੂ ਨਾਨਕ ਦੇਵ ਜੀ ਨੇ 18 ਸਾਲ ਖੇਤੀਬਾੜੀ ਵੀ ਕੀਤੀ, ਆਪਣੀ ਹੱਥੀ ਕਿਰਤ ਕੀਤੀ। ਔਰ ਇਹ ਜਿਹੜੇ ਸਿਧਾਂਤ ਸਾਨੂੰ ਦਿੱਤੇ, ਇਹ ਉਹਨਾਂ ਨੇ ਆਪ ਜੀ ਕੇ ਦਿਖਾਏ। ਹੁਣ ਵੰਡ ਛਕੋ ਵਿੱਚ ਬਹੁਤ ਗਹਿਰਾਈ ਹੈ ਕਿ ਕਿਸੇ ਦਾ ਅਸੀਂ ਹੱਕ ਨਹੀਂ ਮਾਰਨਾ, ਜਿਸ ਤਰ੍ਹਾਂ ਕਿਰਤ ਕੀਤੀ ਤੇ ਕਿਸੇ ਦਾ ਹੱਕ ਨਹੀਂ ਮਾਰਨਾ। ਔਰ ਉਹ ਜਿਹੜੀ ਫਿਰ ਸਾਡੀ ਸੱਚੀ ਸੁੱਚੀ ਧਰਮ ਦੀ ਕਮਾਈ ਹੈ, ਫਿਰ ਉਹਦੇ ਵਿੱਚੋਂ ਵੰਡ ਕੇ ਛਕਣਾ। ਹੁਣ ਵੰਡ ਛਕਣਾ ਖਾਲੀ ਅਸੀਂ ਅੰਨ ਨਾਲ ਜਾਂ ਲੰਗਰ ਨਾਲ ਨਹੀਂ ਜੋੜ ਸਕਦੇ।
ਜੋ ਸਾਡੇ ਕੋਲ ਧਨ ਨੇ, ਜ਼ਰੂਰਤ ਪਰਮਾਤਮਾ ਨੇ ਸਾਡੀਆਂ ਪੂਰੀਆਂ ਕੀਤੀਆਂ, ਫਿਰ ਵੀ ਸਾਡੇ ਕੋਲ ਕਾਫੀ ਧਨ ਨੇ। ਉਹੀ ਕੋਈ ਗਰੀਬ ਹੈ, ਕਿਸੇ ਨੂੰ ਜ਼ਰੂਰਤ ਹੈ, ਪੜ੍ਹਾਈ ਲਈ ਜ਼ਰੂਰਤ ਹੈ, ਜਾਂ ਕਿਸੇ ਨੂੰ ਵਸਤਰ ਦੀ ਜ਼ਰੂਰਤ ਹੈ, ਕਿਸੇ ਵੀ ਤਰ੍ਹਾਂ ਦੀ ਕਿਸੇ ਦੀ ਜ਼ਰੂਰਤ ਹੈ, ਤੇ ਕਹਿੰਦੇ ਤੂੰ ਧਨ ਨਾਲ ਮਦਦ ਕਰ। ਤੇ ਅਗਰ ਤੇਰੇ ਕੋਲ ਸਮੇਂ ਵੇ ਤੇ ਸਮੇਂ ਨਾਲ ਤੂੰ ਮਦਦ ਕਰ। ਆਪਣਾ ਸਮੇਂ ਲੋਕ ਕਲਿਆਣ ਦੇ ਕੰਮਾਂ ਵਿੱਚ, ਕਿਸੇ ਦੀ ਭਲਾਈ ਵਿੱਚ ਲਗਾ, ਸੇਵਾ ਕਰ। ਅਗਰ ਹੋਰ ਕੁਝ ਨਹੀਂ ਸਮਝ ਆਂਦਾ ਤੇ ਗੁਰੂ ਅਸਥਾਨਾਂ ਵਿੱਚ, ਗੁਰਦੁਆਰੇ ਜਾ ਕੇ ਕਿਧਰੇ ਵੀ ਤੂੰ ਸੇਵਾ ਕਰ। ਔਰ ਅਗਰ ਉੱਥੇ ਵੀ ਨਹੀਂ ਤੂੰ ਜਾ ਸਕਦਾ, ਅਗਰ ਅਸੀਂ ਪਰਮਾਤਮਾ ਨੂੰ ਹਰ ਇੱਕ ਦੇ ਅੰਦਰ ਦੇਖਨੇ ਆ, ਔਰ ਸਾਡੇ ਆਸ-ਪਾਸ ਸਾਡੇ ਪਰਿਵਾਰ ਦਾ ਬੰਦਾ ਕੋਈ ਦੁੱਖ ਤਕਲੀਫ ਵਿੱਚ ਹੈ, ਤੇ ਸਾਰੇ ਗਿਲੇ ਸ਼ਿਕਵੇ ਭੁਲਾ ਕੇ ਉਸ ਟਾਈਮ ਉਹਨੂੰ ਕੀ ਜ਼ਰੂਰਤ ਹੈ, ਅਗਰ ਅਸੀਂ ਉਹਦੇ ਪੈਰ ਦਬਾ ਸਕਨੇ ਆ, ਉਹਦਾ ਸਿਰ ਦਬਾ ਸਕਨੇ ਆ, ਉਹਦੀ ਮਸਾਜ ਕਰ ਸਕਨੇ ਆ, ਜਾਂ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਹੈ, ਅਸੀਂ ਉਹਦੀ ਕੀ ਮਦਦ ਕਰ ਸਕਨੇ ਆ, ਤੇ ਉਹਦੀ ਸੇਵਾ ਕਰਨੀ। ਐ ਨਹੀਂ ਕਿ ਘਰ ਪਰਿਵਾਰ ਦੇ ਬੰਦੇ ਤੇ ਰੋਂਦੇ ਰਹਿਣ ਤੇ ਅਸੀਂ ਤੇ ਬਾਹਰ ਜਾ ਕੇ ਗੁਰਦੁਆਰੇ ਸੇਵਾ ਕਰਨੀ ਹੈ। ਹਰ ਇੱਕ ਵਿੱਚ ਪਰਮਾਤਮਾ ਨੂੰ ਦੇਖਣਾ ਤੇ ਉਹਦੀ ਪਰਮਾਤਮਾ ਜਾਣ ਕੇ ਸੇਵਾ ਕਰਨੀ। ਔਰ ਅਗਰ ਤੁਹਾਡੇ ਕੋਲ ਸਮੇਂ ਵੇ, ਪਤਰੀ ਸਰ ਕਹੇ ਸੀ ਕਿ ਜਿਨ੍ਹਾਂ ਕੋਲ ਸਮੇਂ ਵੇ ਉਹਨਾਂ ਨੂੰ ਆਪਣਾ ਸਮੇਂ ਧਿਆਨ ਪ੍ਰਚਾਰ 'ਚ ਲਗਾਉਣਾ ਚਾਹੀਦਾ ਹੈ। ਆਪ ਸਾਧਨਾ ਕੀਤੀ ਔਰ ਬਾਕੀ ਸਮਾਂ ਧਿਆਨ ਪ੍ਰਚਾਰ 'ਚ ਲਗਾਣਾ। ਗੁਣ, ਅਗਰ ਗੁਣ ਨੇ ਤੁਹਾਡੇ ਅੰਦਰ ਕੋਈ ਵੀ, ਕਿਸੇ ਤਰ੍ਹਾਂ ਦਾ ਵੀ ਗੁਣ ਹੈ, ਉਹ ਗੁਣ ਵੀ ਵੰਡ ਕੇ ਦੂਸਰਿਆਂ ਨਾਲ ਸਾਂਝਾ ਕਰਨਾ। ਅਗਰ ਕਿਸੇ ਨੂੰ ਖਾਣਾ ਪਕਾਣਾ ਬਹੁਤ ਅੱਛਾ ਆਂਦਾ ਹੈ ਤੇ ਦੂਸਰਿਆਂ ਨੂੰ ਸਿਖਾਣਾ, ਕਿਸੇ ਨੂੰ ਪੇਂਟਿੰਗ ਆਂਦੀ ਹੈ ਦੂਸਰਿਆਂ ਨੂੰ ਸਿਖਾਣਾ, ਕੋਈ ਪੜ੍ਹਾਈ ਬਹੁਤ ਅੱਛੀ ਆਂਦੀ ਹੈ ਤੇ ਦੂਸਰਿਆਂ ਨੂੰ ਪੜ੍ਹਾਣਾ। ਹਰ ਤਰ੍ਹਾਂ ਨਾਲ ਅਸੀਂ ਸੇਵਾ ਕਰ ਸਕਨੇ ਆ। ਵੰਡ ਕੇ ਛਕਣਾ, ਹਰ ਇੱਕ ਚੀਜ਼ ਨੂੰ ਵੰਡ ਕੇ ਛਕਣਾ। ਅਗਰ ਗਿਆਨ ਹੈ ਪਰਮਾਤਮਾ ਦਾ ਦਿੱਤਾ ਹੋਇਆ ਤੇ ਉਹਨੂੰ ਵੀ ਵੰਡ ਕੇ ਛਕਣਾ। ਤੇ ਅਗਰ ਅਸੀਂ ਇਹਨਾਂ ਚੀਜ਼ਾਂ ਨੂੰ ਸਮਝਾਂਗੇ ਅਗਰ ਗਹਿਰਾਈ ਨਾਲ, ਤੇ ਸਾਨੂੰ ਪਤਾ ਚੱਲੇਗਾ ਕਿ ਕੇਵਲ ਅਸੀਂ ਪੈਸਿਆਂ ਦਾ ਹੀ ਹੱਕ ਨਹੀਂ ਮਾਰਦੇ ਦੂਜਿਆਂ ਦਾ, ਅਸੀਂ ਸੇਵਾ ਦਾ ਵੀ ਹੱਕ ਮਾਰਨੇ ਆ ਦੂਜਿਆਂ ਦਾ, ਅਸੀਂ ਸਮੇਂ ਦਾ ਵੀ ਹੱਕ ਮਾਰਨੇ ਆ, ਅਸੀਂ ਗੁਣਾਂ ਦਾ ਵੀ ਹੱਕ ਮਾਰਨਾ ਦੂਜਿਆਂ ਦਾ ਸਨਮਾਨ ਆਦਰ ਮਾਨ ਦਾ ਵੀ ਹੱਕ ਮਾਰਨੇ ਆ। ਥੋੜਾ ਜਿਹਾ ਇਹਦੇ ਤੇ ਵਿਚਾਰ ਕਰਨੇ ਆ ਕਿ ਅਸੀਂ ਅਗਰ ਗਰੀਬ ਦੇ ਕਿਸੇ ਦੇ ਪੈਸੇ ਕੱਟ ਰਹੇ ਆ, ਜਾਂ ਧੋਖਾਧੜੀ ਕਿਸੇ ਨਾਲ ਕਰਕੇ ਪੈਸਾ ਘਰ ਲਿਆ ਰਹੇ ਆ, ਤੇ ਉਹ ਜਿਹੜਾ ਕਰਮ ਸਿਧਾਂਤ ਇਹਦੇ ਨਾਲ ਜੁੜਿਆ ਹੈ, ਉਹ ਕਰਮ ਸਾਡਾ ਪਿੱਛਾ ਨਹੀਂ ਛੋੜੇਗਾ। ਅੱਜ ਤੇ ਸਾਨੂੰ ਹੋ ਸਕਦਾ ਬਹੁਤ ਸੁੱਖ ਸੁਵਿਧਾ ਮਿਲ ਜਾਣ ਕਿਉਂਕਿ ਅਸੀਂ ਲੋਕਾਂ ਦਾ ਹੱਕ ਮਾਰ ਕੇ ਘਰ ਪੈਸਾ ਲਿਆ ਰਹੇ ਹਾਂ, ਲੇਕਿਨ ਉਹ ਪੈਸਾ ਬਹੁਤ ਬਿਮਾਰੀਆਂ ਲੈ ਕੇ ਆਏਗਾ। ਔਰ ਇਹਦੇ ਚ ਇੱਕ ਬਹੁਤ ਕੀਮਤੀ ਪੁਆਇੰਟ ਹੈ ਕਿ ਅਗਰ ਮੰਨ ਲਓ ਅਸੀਂ ਪਰਮਾਤਮਾ ਦੇ ਨਾਮ ਤੇ ਸੇਵਾ ਵਾਸਤੇ ਕੋਈ ਧਨ ਇਕੱਠਾ ਕਰ ਰਹੇ ਹਾਂ, ਸਾਡੀ ਡਿਊਟੀ ਲੱਗੀ ਹੈ ਕਿ ਅਸੀਂ ਸੇਵਾ ਵਾਸਤੇ ਧਨ ਇਕੱਠਾ ਕਰੀਏ, ਜਾਂ ਲੰਗਰ ਵਾਸਤੇ, ਜਾਂ ਕਿਸੇ ਗੁਰਦੁਆਰੇ ਦੀ ਇਮਾਰਤ, ਜਾਂ ਕੋਈ ਵੀ ਐਸੇ ਧਾਰਮਿਕ ਕੰਮ ਵਾਸਤੇ ਅਸੀਂ ਧਨ ਇਕੱਠਾ ਕਰੀਏ, ਔਰ ਅਗਰ ਅਸੀਂ ਉਸ ਧਨ ਵਿੱਚ ਹੇਰਾ ਫੇਰੀ ਕਰਨੇ ਆ, ਅਸੀਂ ਉਹਦਾ ਕੁਝ ਹਿੱਸਾ ਰੱਖ ਲੈਨੇ ਆ, ਤੇ ਬਹੁਤ ਵੱਡਾ ਕਰਮ ਹੈ। ਕਿਉਂਕਿ ਉਹ ਜਿਹੜਾ ਪੈਸਾ ਲੋਕ ਦਾਨ ਦੇ ਰਹੇ ਨੇ, ਉਹ ਗੁਰੂ ਦੇ ਨਾਮ ਤੇ ਦੇ ਰਹੇ ਨੇ, ਉਹਦੇ ਚ ਗੁਰੂ ਦੀ ਗਵਾਹੀ ਹੈ। ਔਰ ਅਗਰ ਅਸੀਂ ਉਹਦੇ ਵਿੱਚੋਂ ਕੁਝ ਰੱਖ ਲੈਨੇ ਆ, ਆਪਣੇ ਪਰਸਨਲ ਇਸਤੇਮਾਲ ਕਰ ਲੈਨੇ ਆ, ਤੇ ਉਹ ਬਹੁਤ ਭਾਰੀ ਕਰਮ ਬਣ ਜਾਂਦਾ ਹੈ। ਤੇ ਇਸ ਵਾਸਤੇ ਬਹੁਤ ਇਹਨਾਂ ਸਿਧਾਂਤਾਂ ਨੂੰ ਬਾਰੀਕੀ ਨਾਲ ਸਮਝਣ ਦੀ ਲੋੜ ਹੈ। ਔਰ ਮੈਂ ਇੱਕ ਥੋੜਾ ਕਲੀਅਰ ਕਰਾਂ ਇੱਥੇ ਕਿ ਗੁਰਪ੍ਰੀਤ ਵੀਰ ਜੀ, ਰਿੰਕੂ ਵੀਰ ਜੀ ਨੇ ਜਿਹੜੇ ਬੰਬੇ ਵਾਲੇ ਬਹੁਤ ਪਿਆਰੇ ਸ਼ਬਦ ਔਰ ਕਥਾ ਕਰਦੇ ਨੇ, ਤੇ ਉਹਨਾਂ ਨੇ ਥੋੜੇ ਦਿਨ ਪਹਿਲੇ ਇੱਕ ਰੀਅਲ ਸਟੋਰੀ ਸੁਣਾਈ ਕਿ ਇੱਕ ਬੰਦਾ ਪੰਜਾਬ ਦਾ ਕੋਈ, ਉਹ ਬਹੁਤ ਪੜ੍ਹ ਲਿਖ ਕੇ IAS ਆਫੀਸਰ ਬਣ ਗਿਆ, ਅੱਛੀ ਪੋਸਟ ਤੇ ਅਫਸਰ ਬਣ ਗਿਆ। ਹੁਣ ਉਹ ਰਿਸ਼ਵਤ ਲੈਂਦੇ ਨੇ ਲੋਕ, ਤੇ ਉਹਨਾਂ ਨੇ ਬਹੁਤ ਸੋ ਆਪਣਾ ਦਿਮਾਗ ਲਗਾ ਕੇ ਰਸਤਾ ਕੱਢਿਆ ਕਿ ਉਹ ਜਿਸ ਬਿਲਡਿੰਗ ਵਿੱਚ ਉਹਨਾਂ ਦਾ ਆਫਿਸ ਸੀ, ਉਹਨਾਂ ਨੇ ਆਫਿਸ ਉਹ ਪੂਰੀ ਬਿਲਡਿੰਗ ਖਰੀਦ ਲਈ ਮਿਲ ਮਿਲਾ ਕੇ, ਤੇ ਉਹ ਆਫਿਸ ਦੇ ਉੱਤੇ ਗੁਰਦੁਆਰਾ ਮਤਲਬ ਗੁਰੂ ਸਾਹਿਬ ਦਾ ਪ੍ਰਕਾਸ਼ ਕਰ ਲਿਆ, ਗੁਰੂ ਗ੍ਰੰਥ ਸਾਹਿਬ ਦਾ, ਔਰ ਉੱਥੇ ਹੀ ਉਹ ਘਰ ਵੀ ਉਹਨਾਂ ਦਾ ਉੱਥੇ ਹੀ ਹੈ। ਤੇ ਜਿਹੜਾ ਵੀ ਕੰਮ ਕਰਾਉਣ ਆਂਦਾ ਹੈ, ਹੁਣ ਡਾਇਰੈਕਟ ਤੇ ਰਿਸ਼ਵਤ ਲੈ ਨਹੀਂ ਸਕਦੇ ਕਿਉਂਕਿ ਅੱਜ ਕੱਲ ਬਹੁਤ ਸਖਤੀ ਹੈ, CCTV ਕੈਮਰੇ ਲੱਗੇ ਹੁੰਦੇ ਨੇ, ਪਕੜੇ ਜਾਂਦਾ ਹੈ। ਤੇ ਉਹ ਜਿਹੜਾ ਵੀ ਆਂਦਾ ਕੋਈ ਕੰਮ ਲਈ, ਤੇ ਉਹਨੂੰ ਕਹਿੰਦੇ ਨੇ ਜਾ ਪਹਿਲੇ ਉੱਤੇ ਮੱਥਾ ਟੇਕਿਆ ਗੁਰੂ ਸਾਹਿਬ ਨੂੰ। ਤੇ ਉਹ ਜਿਸ ਵੇਲੇ ਬੰਦਾ ਮੱਥਾ ਟੇਕਣ ਜਾਂਦਾ ਹੈ, ਤੇ ਉੱਪਰ ਉਹਨਾਂ ਦੀ ਪਤਨੀ ਦੇਖ ਲੈਂਦੀ ਹੈ ਕਿ ਇਹਨੇ ਕਿੰਨੇ ਪੈਸੇ ਮੱਥਾ ਟੇਕੇ। ਅਗਰ ਤੇ ਉਹ ਬੰਦਾ ਬਹੁਤ ਪੈਸੇ ਮੱਥਾ ਟੇਕਦਾ ਤੇ ਉਹ ਫੋਨ ਕਰ ਦਿੰਦੀ ਕਿ ਆ ਗਿਆ, ਤੇ ਉਹ ਉਹਦਾ ਕੰਮ ਕਰ ਦਿੰਦੇ, ਸਾਈਨ ਕਰ ਦਿੰਦੇ ਨੇ। ਅਗਰ ਕੋਈ ਵੈਸੇ ਹੀ ਸਮਝਦਾ ਹੈ ਕਿ ਇਹ ਤੇ ਬੜੇ ਭਲੇ ਮਾਨਸ ਨੇ, ਬੜੇ ਪਰਮਾਤਮਾ ਨੂੰ ਮੰਨਣ ਵਾਲੇ ਨੇ, ਕਿ ਵੀ ਕੋਈ ਵੀ ਕੰਮ ਕਰਨ ਤੋਂ ਪਹਿਲੇ ਗੁਰੂ ਨੂੰ ਮੱਥਾ ਟੇਕ ਕੇ ਆਓ, ਤੇ ਉਹ ਲੋਕੀ ਪਿਆਰ ਨਾਲ, ਜਿਨ੍ਹਾਂ ਕੋਲ ਪੈਸਾ ਨਹੀਂ ਵੀ ਹੁੰਦਾ ਜਾਂ ਕਿਸ ਤਰ੍ਹਾਂ ਵੀ ਕਰਕੇ, ਉਹ ਮੱਥਾ ਟੇਕ ਕੇ ਵੈਸੇ ਹੀ ਆ ਜਾਂਦੇ ਨੇ ਸਧਾਰਨ, ਤੇ ਉਹਨਾਂ ਦਾ ਕੰਮ ਨਹੀਂ ਹੁੰਦਾ। ਹੌਲੀ ਹੌਲੀ ਲੋਕਾਂ ਨੂੰ ਪਤਾ ਚੱਲ ਗਿਆ ਕਿ ਇਹ ਜਿਹੜਾ ਉੱਤੇ ਮੱਥਾ ਟੇਕਣ ਭੇਜਦੇ ਨੇ, ਇਹਦਾ ਮਤਲਬ ਹੈ ਕਿ ਤੁਸੀਂ ਜਿਹੜੀ ਰਿਸ਼ਵਤ ਡਾਇਰੈਕਟ ਮੈਨੂੰ ਦੇਣੀ ਹੈ, ਉਹ ਤੁਸੀਂ ਉੱਤੇ ਮੱਥਾ ਟੇਕੋ।
ਤੇ ਜਿਹੜੇ ਲੋਕ ਜ਼ਿਆਦਾ ਮੱਥਾ ਟੇਕਦੇ ਨੇ ਉਹਨਾਂ ਦੇ ਕੰਮ ਫਟਾਫਟ ਹੋ ਜਾਂਦੇ ਨੇ। ਹੁਣ ਕੁਝ ਸਮੇਂ ਤੇ ਉਹਨਾਂ ਨੇ ਬਹੁਤ ਪੈਸਾ ਕਮਾ ਲਿਆ, ਲੇਕਿਨ ਜਿਹੜਾ ਕਰਮ ਕੀਤਾ ਗੁਰੂ ਨੂੰ ਵਿੱਚ ਰੱਖ ਕੇ, ਜਿਹੜਾ ਕਰਮ ਕੀਤਾ, ਤੇ ਕੁਝ 2-2.5 ਸਾਲ ਬਾਅਦ ਕਹਿੰਦੇ ਉਹਨਾਂ ਨੂੰ ਐਸੀ ਹਸਬੈਂਡ ਵਾਈਫ ਨੂੰ ਬਿਮਾਰੀ ਲੱਗ ਗਈ ਕਿ ਉਹਨਾਂ ਨੂੰ 1.5 ਲੱਖ ਦਾ ਇੱਕ ਇੰਜੈਕਸ਼ਨ ਲੱਗਦਾ ਹੈ, ਔਰ ਫਿਰ ਵੀ ਉਹਨਾਂ ਨੂੰ ਆਰਾਮ ਨਹੀਂ ਆਉਂਦਾ। ਤੇ ਉਹ ਰੋਂਦੇ ਨੇ, ਔਰ ਡਾਕਟਰ ਨੂੰ ਕਹਿੰਦੇ ਨੇ ਸਾਡੇ ਤੇ ਤਰਸ ਕਰ ਕਿ ਸਾਨੂੰ ਇੱਕ ਵਾਰੀ ਤੂੰ ਜ਼ਹਿਰ ਦਾ ਇੰਜੈਕਸ਼ਨ ਦੇ ਦੇ ਤੇ ਸਾਡੀ ਜਾਨ ਛੁੱਟ ਜਾਏ। ਤੇ ਉਹ ਜਿਹੜੇ ਕਰਮ ਕੀਤੇ ਗੁਰੂ ਨੂੰ ਵਿੱਚ ਪਾ ਕੇ, ਤੇ ਤੁਸੀਂ ਖੁਦ ਸੋਚ ਕੇ ਦੇਖੋ ਕਿੰਨਾ ਭਾਰੀ ਕਰਮ ਹੋ ਗਿਆ। ਅਗਰ ਅਸੀਂ ਗੁਰੂ ਦੇ ਕੰਮ ਲਈ ਕਿਧਰੇ ਪੈਸਾ ਇਕੱਠਾ ਕਰਨੇ ਆ, ਔਰ ਅਸੀਂ ਇੱਕ ਵੀ ਪੈਸਾ ਇੱਧਰ ਦਾ ਉੱਧਰ ਹੋ ਜਾਏ, ਤੇ ਫਿਰ ਉਹ ਬਹੁਤ ਭਾਰੀ ਕਰਮ ਬਣ ਜਾਂਦਾ ਹੈ। ਸੇਵਾ ਦਾ ਹੱਕ ਮਾਰ ਲੈਣਾ ਕਿਸੇ ਦਾ, ਮੰਨ ਲਓ ਅਸੀਂ ਟੀਮ ਵਰਕ ਕਰ ਰਹੇ ਹਾਂ, ਅਸੀਂ ਸੇਵਾ ਕਰ ਰਹੇ ਹਾਂ, ਕਿਉਂਕਿ ਇਕੱਲੇ ਬੰਦੇ ਦਾ ਤਾਂ ਕੋਈ ਕੰਮ ਨਹੀਂ ਹੁੰਦਾ, ਤੇ ਵੱਡੇ ਵੱਡੇ ਪ੍ਰੋਗਰਾਮ ਹੁੰਦੇ ਨੇ ਤੇ ਸੇਵਾ ਸਾਰੇ ਮਿਲ ਕੇ ਕਰਦੇ ਨੇ, ਤੇ ਕਈ ਵਾਰ ਅਸੀਂ ਦੂਜੇ ਦਾ ਹੱਕ ਮਾਰ ਲੈਂਦੇ ਹਾਂ ਕਿ ਨਹੀਂ ਇਹ ਤੇ ਮੈਂ ਹੀ ਕਰਨਾ, ਇਹ ਤੇ ਮੈਂ ਹੀ ਕਰਨਾ। ਸੇਵਾ ਕਰਕੇ ਗੁਰੂ ਦੀ ਪ੍ਰਸੰਨਤਾ ਲੈਣੀ ਹੈ, ਲੇਕਿਨ ਅਗਰ ਅਸੀਂ ਆਪਣੀ ਸੇਵਾ ਦੂਜੇ ਨੂੰ, ਆਇਆ ਕੋਈ ਨਵਾਂ ਬੰਦਾ, ਉਹ ਕਹੇ ਕਿ ਇਹ ਸੇਵਾ ਮੈਨੂੰ ਦੇ ਦਿਓ, ਤੇ ਅਗਰ ਅਸੀਂ ਨਹੀਂ ਦੇ ਸਕਦੇ, ਅਸੀਂ ਉਹ ਵੀ ਹੱਕ ਮਾਰ ਰਹੇ ਹਾਂ ਦੂਜੇ ਦਾ। ਤੇ ਪਰਮਾਤਮਾ ਤੇ ਦੇਖ ਹੀ ਰਿਹਾ ਨਾ ਅਸੀਂ ਕੀ ਕਰ ਰਹੇ ਹਾਂ। ਸਮੇਂ, ਅਗਰ ਮੰਨ ਲਓ ਅਸੀਂ ਕਿਧਰੇ ਸਾਨੂੰ ਸਮੇਂ ਦਿੱਤਾ ਗਿਆ ਬੋਲਣ ਦਾ ਅੱਧਾ ਘੰਟਾ, ਔਰ ਸਾਡੇ ਬਾਅਦ ਹੋਰ ਕਈਆਂ ਦਾ ਸਮੇਂ ਵੇ ਬੋਲਣ ਦਾ ਵੱਡੇ ਵੱਡੇ ਪ੍ਰੋਗਰਾਮਸ ਵਿੱਚ, ਤੇ ਅਸੀਂ ਬੋਲੀ ਜਾਂਦੇ ਹਾਂ, ਦੂਜੇ ਦਾ ਸਮੇਂ ਵੀ ਅਸੀਂ ਲੈ ਲੈਂਦੇ ਹਾਂ, ਇਹ ਵੀ ਅਸੀਂ ਉਹਦਾ ਹੱਕ ਮਾਰਿਆ। ਗੁਣਾ ਦਾ ਹੱਕ ਮਾਰ ਲੈਣਾ ਦੂਜੇ ਦਾ, ਗਿਆਨ ਦਾ ਹੱਕ ਮਾਰ ਲੈਣਾ ਕਿ ਅਸੀਂ ਕਿਤਾਬਾਂ ਪੜ੍ਹੀਆਂ, ਅਸੀਂ ਕਿਸੇ ਕੋਲੋਂ ਗਿਆਨ ਸੁਣਿਆ, ਲੇਕਿਨ ਜਿਸ ਵੇਲੇ ਅਸੀਂ ਉਹ ਗਿਆਨ ਦੂਜਿਆਂ ਨਾਲ ਸ਼ੇਅਰ ਕਰ ਰਹੇ ਹਾਂ, ਸਾਂਝਾ ਕਰ ਰਹੇ ਹਾਂ, ਤੇ ਅਸੀਂ ਉਸ ਵੇਲੇ ਇਹ ਨਹੀਂ ਕਹਿ ਰਹੇ ਕਿ ਮੈਂ ਸੁਣਿਆ ਹੈ ਜਾਂ ਮੈਂ ਪੜ੍ਹਿਆ ਹੈ ਜਾਂ ਮੈਨੂੰ ਕਿਸੇ ਨੇ ਦੱਸਿਆ ਹੈ, ਅਸੀਂ ਕਹਿ ਰਹੇ ਹਾਂ ਕਿ ਇਹ ਮੇਰਾ ਹੀ ਗਿਆਨ ਹੈ, ਤੇ ਅਸੀਂ ਉਹ ਵੀ ਗਿਆਨ ਵੀ ਅਸੀਂ ਗਲਤ ਇਸਤੇਮਾਲ ਕਰ ਰਹੇ ਹਾਂ, ਹੱਕ ਮਾਰ ਰਹੇ ਹਾਂ। सम्मान प्रतिष्ठा, अगर किसी ਦੀ ਬੜੀ ਇੱਜ਼ਤ ਮਾਨ ਹੈ, ਔਰ ਅਗਰ ਅਸੀਂ ਸਾਡੀ ਕੋਸ਼ਿਸ਼ ਹੁੰਦੀ ਕਿ ਇੱਜ਼ਤ ਮਾਨ ਇਹਨੂੰ ਘਟ ਜਾਏ ਤੇ ਸਾਨੂੰ ਮਿਲ ਜਾਏ, ਤੇ ਅਸੀਂ ਹਰ ਇੱਕ ਬੰਦਾ ਦੂਜੇ ਨੂੰ ਨੀਚੇ ਗਿਰਾਉਣ ਲਈ, ਦੂਜੇ ਦਾ ਹੱਕ ਮਾਰਨ ਲਈ ਉੱਥੇ ਵੀ ਤਿਆਰ ਰਹਿੰਦਾ ਹੈ ਕਿ ਇਹਦੀ ਇੱਜ਼ਤ ਘਟ ਜਾਏ ਔਰ ਇਹਦੀ ਜਗ੍ਹਾ ਮੈਨੂੰ ਇੱਜ਼ਤ ਮਿਲ ਜਾਏ। ਅਸੀਂ ਇਹ ਨਹੀਂ ਸੋਚਦੇ ਕਿ ਮੈਂ ਇਸ ਲਾਇਕ ਨਹੀਂ ਤਾਂ ਮੈਨੂੰ ਨਹੀਂ ਮਿਲ ਰਹੀ ਇੱਜ਼ਤ, ਲੇਕਿਨ ਨਹੀਂ, ਅਗਰ ਮੰਨ ਲਓ ਕਿਸੇ ਦੀ ਬੜੀ ਇੱਜ਼ਤ ਹੁੰਦੀ ਹੈ, ਔਰ ਅਸੀਂ ਹਰ ਤਰੀਕੇ ਨਾਲ, ਇੱਥੇ ਤੱਕ ਕਿ ਅਗਰ ਤੁਸੀਂ ਇਤਿਹਾਸ ਪੜ੍ਹੋਗੇ ਤੇ ਲੋਕ ਜ਼ਹਿਰ ਦੇ ਕੇ ਮਾਰ ਵੀ ਦਿੰਦੇ ਨੇ ਕਿ ਇਹਦੀ ਜਗ੍ਹਾ ਮੈਨੂੰ ਮਿਲ ਜਾਏ ਕਿਸੇ ਤਰੀਕੇ ਨਾਲ, ਤੇ ਕਿੰਨੇ ਵੱਡੇ ਅਸੀਂ ਪਾਪ ਕਰਨੇ ਆ। ਅਸੀਂ ਹੱਕ ਕਿੰਨੇ ਤਰੀਕਿਆਂ ਨਾਲ ਅਸੀਂ ਦੂਸਰਿਆਂ ਦਾ ਮਾਰਨੇ ਆ, ਖਾਲੀ ਪੈਸੇ ਦਾ ਹੀ ਹੱਕ ਨਹੀਂ ਮਾਰਦੇ। ਤੇ ਕਿੰਨੀ ਜਾਗਰੂਕਤਾ ਨਾਲ ਜੀਵਨ ਜੀਣ ਦੀ ਜ਼ਰੂਰਤ ਹੈ ਕਿ ਅਸੀਂ ਕਿੱਥੇ ਕਿੱਥੇ ਦੂਸਰਿਆਂ ਦਾ ਹੱਕ ਮਾਰ ਰਹੇ ਹਾਂ। ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਇਹ ਵੰਡ ਛਕੋ ਦਾ ਸਿਧਾਂਤ ਦਿੱਤਾ, ਔਰ 10 ਗੁਰੂਆਂ ਨੇ ਉਸ ਸਿਧਾਂਤ ਨੂੰ ਸਾਨੂੰ ਅੱਗੇ ਚਲਾਇਆ, ਔਰ ਅੱਜ ਤੱਕ ਉਹ ਸਿਧਾਂਤ ਚੱਲ ਰਿਹਾ ਹੈ ਕਿ ਉਹ ਜਿਹੜਾ ਲੰਗਰ ਲਗਾਇਆ ਗੁਰੂ ਸਾਹਿਬ ਨੇ, ਉਹ ਅੱਜ ਤੱਕ ਲੰਗਰ 24 ਘੰਟੇ ਗੁਰਦੁਆਰਿਆਂ ਵਿੱਚ ਚੱਲਦਾ ਰਹਿੰਦਾ ਹੈ, ਔਰ ਕਦੀ ਕਿਸੇ ਗੱਲ ਦੀ ਤੋਟ ਨਹੀਂ ਆਂਦੀ, ਕਮੀ ਨਹੀਂ ਆਂਦੀ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਜਿਹੜਾ ਸਾਨੂੰ ਵੰਡ ਛਕੋ ਦਾ ਸਿਧਾਂਤ ਦਿੱਤਾ, ਤੇ ਇਹਦਾ ਇਹ ਮਤਲਬ ਨਹੀਂ ਹੈ ਕਿ ਅਸੀਂ ਹੇਰਾ ਫੇਰੀਆਂ ਕਰਕੇ ਪੈਸਾ ਕਮਾ ਲਈਏ ਔਰ ਉਹਦੇ ਵਿੱਚੋਂ ਅਸੀਂ ਦਾਨ ਕਰ ਦਈਏ ਤੇ ਸਾਡਾ ਭਲਾ ਹੋ ਜਾਏਗਾ, ਨਹੀਂ ਹੋਏਗਾ। ਜਿਹੜਾ ਸਿਧਾਂਤ ਦਿੱਤਾ ਕਿ ਹੱਕ ਦੀ ਕਮਾਈ, ਮਿਹਨਤ ਦੀ ਕਮਾਈ ਕਰਨੀ, ਨਾਮ ਜਪਣਾ, ਔਰ ਫਿਰ ਉਹ ਜੋ ਕਮਾਈ ਕੀਤੀ, ਜੋ ਕਮਾਈ ਕਰਕੇ ਸਾਨੂੰ ਪੈਸਾ ਆਇਆ, ਉਹ ਪੈਸੇ ਚੋਂ 10ਵਾਂ ਹਿੱਸਾ ਦਸਵੰਧ ਦੇਣਾ, ਗੁਰੂ ਦੇ ਨਾਮ ਅਰਪਣ ਕਰ ਦੇਣਾ, ਔਰ 90% ਜਿਹੜਾ ਹੈ ਉਹਨੂੰ ਅਸੀਂ ਇਸਤੇਮਾਲ ਕਰ ਸਕਦੇ ਹਾਂ। ਅਗਰ ਅਸੀਂ ਗੁਰੂ ਦੇ ਨਾਮ ਤੇ ਦਸਵੰਧ ਨਹੀਂ ਦਿੰਦੇ ਤੇ ਉਹ ਪੈਸਾ ਜਿਹੜਾ ਅਸੀਂ ਕਮਾਇਆ ਉਹ ਜ਼ਹਿਰ ਬਣ ਜਾਂਦਾ ਹੈ, ਔਰ ਅਗਰ 10% ਅਸੀਂ ਗੁਰੂ ਦੇ ਨਾਮ ਤੇ ਦੇ ਦਿੰਦੇ ਹਾਂ ਤੇ ਉਹ ਸਾਰੇ ਦਾ ਸਾਰਾ ਅੰਮ੍ਰਿਤ ਬਣ ਜਾਂਦਾ ਹੈ, ਕਿਉਂਕਿ ਉਸ 10% ਤੇ ਗੁਰੂ ਦਾ ਹੱਕ ਹੈ, ਸਾਡਾ ਕੋਈ ਹੱਕ ਨਹੀਂ। ਗੁਰੂ ਨਾਨਕ ਦੇਵ ਜੀ ਮੱਕੇ ਮਦੀਨੇ ਗਏ, ਉੱਥੇ ਉਹਨਾਂ ਨੇ ਮੁਸਲਮਾਨਾਂ ਨੂੰ ਵੀ ਇਹੀ ਗੱਲ ਕਹੀ ਕਿ 10ਵਾਂ ਹਿੱਸਾ ਜਿਹੜਾ ਹੈ ਵੰਡ ਕੇ ਗੁਰਸਿੱਖਾਂ ਦੇ ਮੂੰਹ ਪਾਓ, ਜਿਹੜੇ ਪਰਮਾਤਮਾ ਦੇ ਰਸਤੇ ਤੇ ਚੱਲ ਰਹੇ ਨੇ ਉਹਨਾਂ ਦੀ ਸੇਵਾ ਕਰੋ, ਉਸ 10ਵੇਂ ਹਿੱਸੇ ਚੋਂ ਗੁਰੂ ਦੇ ਅਰਪਣ ਕਰੋ 10ਵਾਂ ਹਿੱਸਾ। ਲੇਕਿਨ ਅਗਰ ਅਸੀਂ ਉਹ ਅਰਪਣ ਨਹੀਂ ਕਰਦੇ ਤੇ ਉਹ ਫਿਰ ਜਿਹੜਾ 10ਵਾਂ ਹਿੱਸਾ ਅਸੀਂ ਗੁਰੂ ਦਾ ਰੱਖ ਰਹੇ ਹਾਂ ਉਹ ਵੀ ਹੱਕ ਮਾਰ ਰਹੇ ਹਾਂ, ਤੇ ਉਹ ਵੀ ਫਿਰ ਕਈ ਕਰਮ ਸਾਡੇ ਬਣ ਜਾਂਦੇ ਨੇ ਔਰ ਬਿਮਾਰੀ ਦੇ ਰੂਪ ਵਿੱਚ ਨਿਕਲ ਜਾਂਦਾ ਹੈ। ਔਰ ਜਿੱਥੇ ਸਾਨੂੰ ਲੰਗਰ ਦਾ ਸਿਧਾਂਤ ਦਿੱਤਾ, ਉੱਥੇ ਨਾਲ ਸਾਡੇ ਲਈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਲੰਗਰ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਲੰਗਰ ਛਕਿਆ ਔਰ ਅਸੀਂ ਆ ਕੇ ਡੱਬੇ ਭਰ ਕੇ ਘਰ ਲੈ ਕੇ ਆ ਗਏ, ਨਹੀਂ। ਉੱਥੇ ਸੰਗਤ ਵਿੱਚ ਬੈਠ ਕੇ ਜਿਹੜਾ ਛਕਿਆ ਉਹ ਗੁਰੂ ਦੀ ਜਾਮਨੀ ਹੈ, ਉਹ ਗੁਰੂ
ਦੀ ਜ਼ਿੰਮੇਵਾਰੀ ਹੈ। ਲੇਕਿਨ ਜੋ ਅਸੀਂ ਸਾਰਿਆਂ ਦੀਆਂ ਅਰਦਾਸਾਂ, ਸਾਰਿਆਂ ਦੀਆਂ ਜਿਨ੍ਹਾਂ ਨੇ ਉਹਦੇ 'ਚ ਆਪਣਾ ਪੈਸਾ ਦਿੱਤਾ, ਸੇਵਾ ਦਿੱਤੀ, ਸਹਿਯੋਗ ਕੀਤਾ ਕਿਸੇ ਵੀ ਤਰ੍ਹਾਂ ਦਾ, ਉਹਨਾਂ ਦੀਆਂ ਆਪਣੀਆਂ ਸਾਰੀਆਂ ਭਾਵਨਾਵਾਂ ਨੇ ਜਿੰਦੇ ਨਾਲ ਉਹਨਾਂ ਨੇ ਸੇਵਾ ਕੀਤੀ ਕਿਸੇ ਵੀ ਤਰ੍ਹਾਂ ਦੀ, ਔਰ ਅਸੀਂ ਉਹ ਲੰਗਰ ਘਰ ਲੈ ਕੇ ਆ ਗਏ ਤੇ ਉਹ ਫਿਰ ਅਸੀਂ ਘਰ ਗਰੀਬੀ ਲੈ ਕੇ ਆ ਰਹੇ ਹਾਂ। ਇਹ ਨਹੀਂ ਕਿ ਹੁਣ ਅਸੀਂ ਲੰਗਰ ਲਗਾਇਆ, ਮੰਨ ਲਓ ਅਸੀਂ ਸਟਾਲ ਲਗਾਇਆ, ਅਸੀਂ ਲੰਗਰ 'ਚ ਸੇਵਾ ਕੀਤੀ ਤੇ ਸਾਡਾ ਹੱਕ ਬਣ ਗਿਆ ਕਿ ਅਸੀਂ ਤੇ ਡੱਬਾ ਭਰ ਕੇ ਘਰ ਲੈ ਆਈਏ। ਨਹੀਂ, ਉੱਥੇ ਸੰਗਤ ਵਿੱਚ ਬੈਠ ਕੇ ਜਿੰਨਾ ਛਕਣਾ ਉਹਨਾਂ ਛਕਣਾ। ਔਰ ਇਹਨਾਂ ਚੀਜ਼ਾਂ ਦਾ ਨਾ ਪਤਾ ਹੋਣ ਕਰਕੇ ਅਸੀਂ ਜਿਹੜੀ ਸਾਧਨਾ ਕਰਨੇ ਆ, ਉਹ ਸਾਧਨਾ ਸਾਡੀ ਬੇਕਾਰ ਚਲੀ ਜਾਂਦੀ ਹੈ। ਇੰਨੀ ਮਿਹਨਤ ਕਰਨੇ ਆ ਅਸੀਂ, ਪਰਮਾਤਮਾ ਦਾ ਨਾਮ ਲੈਣੇ ਆ। ਅੱਜ ਕਿਉਂ ਦੁਨੀਆ ਬਦਲਦੀ ਨਹੀਂ ਹੈ? ਇੰਨਾ ਨਾਮ, ਇੰਨਾ ਸਿਮਰਨ, 24 ਘੰਟੇ ਟੀਵੀ ਚੈਨਲ ਹਰ ਤਰ੍ਹਾਂ ਦੇ, ਧਾਰਮਿਕ, ਅਧਿਆਤਮਿਕ, ਕਿਉਂ ਬੰਦੇ ਦੀ ਜ਼ਿੰਦਗੀ ਨਹੀਂ ਬਦਲਦੀ? ਕਿਉਂਕਿ ਜਿਹੜੀਆਂ ਚੀਜ਼ਾਂ ਨਹੀਂ ਕਰਨੀਆਂ ਉਹ ਵੀ ਨਾਲ ਨਾਲ ਕਰ ਰਹੇ ਆ, ਤੇ ਉਹ ਜਿਹੜਾ ਕਮਾ ਰਹੇ ਆ ਨਾਲ ਦੇ ਨਾਲ ਗਵਾ ਰਹੇ ਆ। ਤੇ ਇਸ ਵਾਸਤੇ ਲੰਗਰ ਲੈਣਾ ਹੱਥ ਫੈਲਾ ਕੇ ਪਰਮਾਤਮਾ ਅੱਗੇ, ਤੇ ਕਹਿੰਦੇ ਫਿਰ ਤੁਹਾਨੂੰ ਕਿਸੇ ਹੋਰ ਅੱਗੇ ਹੱਥ ਫੈਲਾਉਣ ਦੀ ਜ਼ਰੂਰਤ ਨਹੀਂ ਹੈ। ਅਮੀਰ ਗਰੀਬ ਸਾਰਿਆਂ ਨੂੰ ਇੱਕੋ ਤਰੀਕਾ ਲੰਗਰ ਦਾ, ਤੇ ਉਹ ਉੱਥੇ ਬੈਠ ਕੇ ਛਕਣਾ, ਘਰ ਨਹੀਂ ਲਿਆਣਾ। ਇਹ ਮੈਂ ਇੱਕ ਵੀਡੀਓ ਬਣਾਵਾਂਗੀ ਬਾਅਦ ਚੋਂ, ਕਿਉਂਕਿ ਬਹੁਤ ਇਹਦੇ ਚ ਗਹਿਰਾਈ ਹੈ। ਔਰ ਅੱਜ ਥੋੜਾ ਅੱਗੇ ਚੱਲਨੇ ਆ। ਤੇ ਲੰਗਰ ਦਾ ਪ੍ਰਸ਼ਾਦ ਕਿਨਕਾ ਵੀ ਅਗਰ ਮੂੰਹ ਲਗਾ ਲਿਆ ਨਾ ਤੇ ਬਸ ਕਾਫੀ ਹੈ। ਲੇਕਿਨ ਇਹ ਨਹੀਂ ਕਿ ਅਸੀਂ ਉਹਨੂੰ ਰੋਟੀ ਸਮਝ ਕੇ ਉਹਨੂੰ ਘਰ ਵੀ ਲਾਈਏ, ਉਹਨੂੰ ਖਾਈਏ ਵੀ ਨਹੀਂ। ਉਹ ਲੰਗਰ ਦਾ ਜਿਹੜਾ ਅਸੀਂ ਅੰਨ ਇਸ ਤਰ੍ਹਾਂ ਅਗਰ ਅਸੀਂ ਕਰਾਂਗੇ ਇਸਤੇਮਾਲ, ਤੇ ਉਹ ਗਰੀਬੀ ਲੈ ਕੇ ਆਏਗਾ, ਰੋਗ ਲੈ ਕੇ ਆਏਗਾ, ਕਿਉਂਕਿ ਉਹ ਸਾਡੀ ਤਾਕਤ ਨਹੀਂ ਹੈ ਕਿ ਅਸੀਂ ਉਹਨੂੰ ਪਚਾ ਸਕੀਏ। ਔਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਸਾਨੂੰ ਇਹ ਨਾਮ ਜਪੋ, ਕਿਰਤ ਕਰੋ, ਵੰਡ ਛਕੋ ਸਿਧਾਂਤ ਦਿੱਤੇ, ਉੱਥੇ ਨਾਲ ਸਾਨੂੰ ਇੱਕ ਬਹੁਤ ਭਾਰੀ ਗਿਆਨ ਸਿਧਾਂਤ ਦਿੱਤਾ ਕਿ ਜੈਸਾ ਅੰਨ ਵੈਸਾ ਮਨ। ਇਹ ਬਹੁਤ ਇੰਪੋਰਟੈਂਟ ਟੌਪਿਕ ਹੈ, ਇਸ ਲਈ ਮੈਂ ਇਹਨੂੰ ਇੱਥੇ ਲਿਆ ਕਿ ਕੋਡੇ ਰਾਖਸ਼ ਕੋਲ ਸ਼੍ਰੀ ਗੁਰੂ ਨਾਨਕ ਦੇਵ ਜੀ ਗਏ, ਤੇ ਕੋਡੇ ਰਾਖਸ਼ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਵੇਲੇ ਉਹਨੇ ਦਰਸ਼ਨ ਕੀਤੇ, ਉਹਦੀ ਬੁੱਧੀ ਬਦਲ ਗਈ, ਤੇ ਉਸ ਵੇਲੇ ਉਹਨੇ ਕਿਹਾ ਮੈਂ ਕੁਝ ਸੇਵਾ ਕਰਾਂ, ਤੁਸੀਂ ਇੱਥੇ ਟਿਕੋ, ਮੈਂ ਕੁਝ ਤੁਹਾਡੇ ਖਾਣ ਲਈ ਲਿਆਵਾਂ, ਮੈਂ ਕੁਝ ਤੁਹਾਡੀ ਸੇਵਾ ਕਰਾਂ। ਤੇ ਉਹਨਾਂ ਨੇ ਕਿਹਾ ਕਿ ਤੇਰਾ ਜਿਹੜਾ ਖਾਣਾ ਹੈ ਉਹ ਤੇ ਸਾਡੇ ਕਿਸੇ ਕੰਮ ਨਹੀਂ, ਕਿਉਂਕਿ ਉਹ ਤੇ ਬੰਦਿਆਂ ਨੂੰ ਤਲ ਕੇ ਖਾਂਦਾ ਸੀ। ਤੇ ਉਹਨੇ ਕਿਹਾ ਨਹੀਂ, ਜਿਹੜਾ ਤੁਹਾਡਾ ਖਾਣਾ ਹੈ ਮੈਂ ਉਹ ਹੀ ਲਿਆਵਾਂਗਾ। ਤੇ ਗੁਰੂ ਜੀ ਨੇ ਕਿਹਾ ਅਸੀਂ ਤੇਰਾ ਖਾਣਾ ਨਹੀਂ ਖਾ ਸਕਦੇ, ਜੇ ਤੂੰ ਆਪਣਾ ਖਾਣਾ ਛੱਡੇਗਾ, ਇਹ ਮਾਰਨਾ ਛੱਡੇਗਾ, ਕਿਉਂਕਿ ਉਹ ਆਦਮਖੋਰ ਸੀ, ਔਰ ਅੱਗੇ ਤੋਂ ਤੂੰ ਇਹ ਵਚਨ ਦੇਗਾ ਕਿ ਇਹ ਮੈਂ ਨਹੀਂ ਕਰਾਂਗਾ, ਤਾਂ ਅਸੀਂ ਤੇਰਾ ਖਾਣਾ ਖਾਵਾਂਗੇ। ਤੇ ਉਹਨੇ ਕਿਹਾ ਕਿ ਮੈਨੂੰ ਤੁਸੀਂ ਜੋ ਕਹੋਗੇ ਮੈਂ ਕਰਾਂਗਾ। ਤੇ ਕੋਡਾ ਰਾਖਸ਼ ਫਿਰ ਜੰਗਲ 'ਚ ਗਿਆ, ਕਈ ਤਰ੍ਹਾਂ ਦੇ ਮੇਵੇ ਤੋੜ ਕੇ ਲਿਆਇਆ, ਔਰ ਗੁਰੂ ਨਾਨਕ ਦੇਵ ਜੀ ਨੇ ਫਿਰ ਉਹ ਮੇਵਾ ਮੂੰਹ 'ਚ ਪਾਇਆ। ਤੇ ਉਹ ਕੋਡੇ ਰਾਖਸ਼ ਨੂੰ ਕਹਿ ਰਹੇ ਨੇ ਕਿ ਤੂੰ ਨਹੀਂ ਖਾਣਾ ਬੰਦੇ ਮਾਰ ਕੇ। ਔਰ ਉਹ ਹਰ ਜਗ੍ਹਾ ਤੇ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ। ਇੱਕ ਰਾਜਾ ਦੇਵਲੂਤ ਸੀ, ਔਰ ਉਹਨੂੰ ਵੀ ਉਹਨਾਂ ਨੇ ਕਿਹਾ ਗੁਰੂ ਨਾਨਕ ਦੇਵ ਜੀ ਨੇ ਕਿ ਤੂੰ ਜਾਨਵਰਾਂ ਨੂੰ ਮਾਰ ਕੇ ਨਹੀਂ ਖਾਣਾ, ਤਾਂ ਅਸੀਂ ਤੇਰੇ ਹੱਥ ਦਾ ਕੁਝ ਗ੍ਰਹਿਣ ਕਰਾਂਗੇ। ਤੇ ਸਾਨੂੰ ਲੱਗਦਾ ਕਿ ਸਾਨੂੰ ਤੇ ਛੂਟ ਹੈ, ਅਸੀਂ ਜੋ ਮਰਜ਼ੀ ਕਰੀਏ, ਸਾਨੂੰ ਤੇ ਮਨਾ ਹੈ ਹੀ ਨਹੀਂ। ਔਰ ਬਹੁਤ ਇਸ ਗੱਲ ਦੀ ਬਹਿਸ ਕਰਦੇ ਨੇ ਲੋਕ, ਡਿਬੇਟ ਕਰਦੇ ਨੇ। ਇਹ ਡਿਬੇਟ ਦਾ ਵਿਸ਼ੇ ਨਹੀਂ ਹੈ, ਇਹ ਸਾਡੀ ਆਤਮ ਚੇਤਨਾ ਦਾ ਵਿਸ਼ੇ ਵੇ ਕਿ ਸਾਡੀ ਚੇਤਨਾ ਕਿੰਨੀ ਜਾਗੀ ਹੋਈ ਹੈ। ਔਰ ਜਿਹੜਾ ਲੋਕ ਇਹ ਕਹਿੰਦੇ ਨਾ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੀ ਨਹੀਂ ਗਿਆ ਕਿ ਉਹ ਸਾਨੂੰ ਤੇ ਛੂਟ ਹੈ ਅਸੀਂ ਖਾਈਏ, ਤਾਂ ਮੈਂ ਅੱਜ ਥੋੜਾ ਇੱਥੇ ਸ਼ਬਦ ਲਏ, ਕੁਝ ਰੈਫਰੈਂਸ ਲਿਆ ਕਿ ਸਾਨੂੰ ਇਸ ਚੀਜ਼ ਦੀ ਸਮਝ ਹੋਏ, ਕਿਉਂਕਿ ਸਾਨੂੰ ਸਮਝ ਨਹੀਂ ਹੈ ਤੇ ਅਸੀਂ ਸਮਝਦੇ ਹਾਂ ਕਿ ਹਾਂ ਅਸੀਂ ਤਾਂ ਪੜ੍ਹਿਆ ਨਹੀਂ ਗੁਰੂ ਗ੍ਰੰਥ ਸਾਹਿਬ, ਸ਼ਾਇਦ ਇਹ ਸਹੀ ਕਹਿ ਰਿਹਾ। ਸਹੀ ਕੋਈ ਨਹੀਂ ਕਹਿ ਰਿਹਾ, ਸਾਫ਼ ਸਾਫ਼ ਲਿਖਿਆ ਹੋਇਆ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਹੋਇਆ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਹੁਣ ਇੱਥੇ ਉਹ ਕਹਿ ਰਹੇ ਨੇ ਕਿ ਜਿਹੜਾ ਪਰਾਇਆ ਹੱਕ ਮਾਰਦਾ ਹੈ ਉਹ ਮੁਸਲਮਾਨ ਲਈ ਸੂਰ ਖਾਣੇ ਦੇ ਬਰਾਬਰ ਹੈ, ਔਰ ਹਿੰਦੂ ਲਈ ਗਾਂ ਖਾਣ ਦੇ ਬਰਾਬਰ ਹੈ, ਕਿਉਂਕਿ ਦੋਨੋਂ ਇਸ ਚੀਜ਼ ਦੀ ਪਰਹੇਜ਼ ਕਰਦੇ ਨੇ। ਤੇ ਉਹ ਕਹਿ ਰਹੇ ਨੇ ਜਿਹੜਾ ਦੂਜੇ ਦਾ ਹੱਕ ਮਾਰਦਾ ਹੈ, ਕਿੰਨੀ ਵੱਡੀ ਗੱਲ। ਉਹ ਕਹਿ ਰਹੇ ਨੇ ਕਿ ਮੁਸਲਮਾਨ ਲਈ ਸੂਰ ਖਾਣ ਦੇ ਬਰਾਬਰ ਹੈ, ਔਰ ਹਿੰਦੂ ਲਈ ਗਾਂ ਖਾਣ ਦੇ ਬਰਾਬਰ ਹੈ। ਅੱਗੋਂ ਕਹਿੰਦੇ ਨੇ ਗੁਰ ਪੀਰ ਹਾਮਾ ਤਾਂ ਪਰੇ, ਹਿੰਦੂਆਂ ਲਈ ਗੁਰੂ, ਮੁਸਲਮਾਨਾਂ ਲਈ ਪੀਰ ਜਿਹੜੇ ਉਹਨਾਂ ਦੇ ਨੇ, ਉਹ ਤਾਂ ਉੱਤੇ ਜਿਸ ਵੇਲੇ ਉਹ ਜਾਏਗਾ ਪਰਮਾਤਮਾ ਦੇ ਦਰਬਾਰ 'ਚ, ਤਾਂ ਉਹ ਉਹਦੇ ਸਹਾਇਤਾ ਕਰਨਗੇ ਜੇ ਉਹ ਮੁਰਦੇ ਨਹੀਂ ਖਾਏਗਾ।
जे असी मुर्दे खावांगे मार के, मुर्दा मांस खावांगे ते गुरु और पीर दोनों साडी उत्थे हामी नहीं भरनगे, साडी बाह नहीं पकड़नगे। और गुरु जी कह रहे गल्लां नाल परमात्मा दे घर नहीं जा सकते जद तक सच जो सिद्धांत दिते गए सच दे अगर उन्हां दी असी कमाई नहीं करांगे, जीवन च नहीं उतारांगे, ते फिर असी उत्थे परमात्मा दे दरबार विच जिन्हां नूं भी असी मन्निया, गुरु नूं, पीर नूं, जिन्नों भी असी अवतार नूं मन्निया, वो साडी गवाही नहीं देणगे, साडी सहायता नहीं करनगे, क्योंकि जो उन्हां ने सिद्धांत दिते वो पालन ही नहीं कीता। असी सच ते चले ही नहीं, असी अपनी मन मर्जी करते रहे। अगे श्री गुरु नानक देव जी कहते ने कि ਜਿਹੜੀਆਂ ਚੀਜ਼ਾਂ ਖਾਣ ਲਈ ਮਨਾ ਨੇ, ਮਾਰਨ ਪਾਹੇ ਹਰਾਮ ਮੈਂ ਹੋਏ ਹਲਾਲ ਨਾ ਜਾਏ। ਜਿਹੜੀਆਂ ਚੀਜ਼ਾਂ ਖਾਣ ਲਈ ਮਨਾ ਨੇ, ਜਿਹੜੀਆਂ ਸਵੀਕਾਰ ਨਹੀਂ ਨੇ, ਜਿਹੜਾ ਖਾਣਾ ਮਨਾ ਕੀਤਾ ਗੁਰੂ ਨੇ ਖਾਣ ਲਈ, ਅਗਰ ਉਹਦੇ ਚ ਅਸੀਂ ਮਸਾਲੇ ਪਾ ਕੇ ਉਹਨੂੰ ਅਸੀਂ ਬਹੁਤ ਸਵਾਦ ਬਣਾ ਕੇ ਖਾ ਰਹੇ ਹਾਂ ਤੇ ਉਹ ਕਹਿ ਰਹੇ ਨੇ ਉਹ ਹਲਾਲ ਨਹੀਂ ਹੋ ਜਾਏਗਾ। ਇਹਦੀ ਬਹੁਤ ਗਹਿਰੇ ਮੀਨਿੰਗ ਨੇ ਕਿ ਜਿਹੜਾ ਅਸੀਂ ਮਾਰ ਕੇ ਮਾंस ਖਾ ਰਹੇ ਹਾਂ ਜਾਨਵਰਾਂ ਦਾ ਕਈ ਤਰ੍ਹਾਂ ਦੇ ਮਸਾਲੇ ਪਾ ਕੇ, ਉਹ ਮਸਾਲੇ ਪਾਣ ਨਾਲ ਉਹ ਸਹੀ ਨਹੀਂ ਹੋ ਜਾਂਦਾ, ਉਹ ਮਨਾ ਹੀ ਹੈ ਖਾਣਾ। ਤੇ ਜੇ ਅਸੀਂ ਦੂਜਿਆਂ ਦਾ ਹੱਕ ਮਾਰ ਕੇ ਖਾ ਰਹੇ ਹਾਂ ਔਰ ਅਸੀਂ ਫਿਰ ਉਹ ਦੂਜਿਆਂ ਦਾ ਹੱਕ ਜਿਹੜਾ ਮਾਰਿਆ, ਦੂਜਿਆਂ ਦਾ ਪੈਸਾ ਖੋ ਕੇ ਅਸੀਂ ਘਰ ਲੈ ਆਏ ਚੋਰੀ ਕਰਕੇ ਜਾਂ ਕਿਸੇ ਵੀ ਬੇਈਮਾਨੀ ਨਾਲ, ਫਿਰ ਅਸੀਂ ਉਹਦੇ ਚੋਂ ਦਾਨ ਕਰ ਦਈਏ ਕਿ ਵੀ ਇਹ ਅਸੀਂ ਦਾਨ ਕਰਤਾ ਤੇ ਸਾਡਾ ਸਭ ਸਹੀ ਹੋ ਗਿਆ, ਉਹ ਨਹੀਂ ਹੁੰਦਾ। ਉਹ ਕਹਿ ਰਹੇ ਨੇ ਕਿ ਅਗਰ ਅਸੀਂ ਹਰਾਮ ਦੇ ਵਿੱਚ ਕਮਾਈ ਵਿੱਚ ਜਾਂ ਹਰਾਮ ਦਾ ਜੋ ਖਾਣਾ ਹੈ ਉਹਦੇ ਚ ਅਗਰ ਅਸੀਂ ਮਸਾਲੇ ਪਾ ਕੇ ਸੋਚੀਏ ਕਿ ਸਾਰਾ ਠੀਕ ਹੋ ਜਾਏਗਾ, ਇਹ ਹੋ ਨਹੀਂ ਸਕਦਾ। ਨਾਨਕ ਗੱਲੀ ਕੂੜੇ ਕੂੜੇ ਕੂੜੋ ਪੱਲੇ ਪਾਏ, ਕਿ ਇਹ ਝੂਠੀਆਂ ਗੱਲਾਂ ਨਾਲ, ਇਹ ਜਿਹੜੀਆਂ ਗੱਲਾਂ ਮਨਾ ਨੇ ਉਹ ਗੱਲਾਂ ਕਰਨ ਨਾਲ ਫਿਰ ਝੂਠ ਹੀ ਸਾਡੇ ਪੱਲੇ ਪਏਗਾ, ਅਸੀਂ ਸੱਚ ਦੇ ਰਸਤੇ ਤੇ ਨਹੀਂ ਚੱਲ ਪਾਵਾਂਗੇ। ਤੇ ਦਸਵੰਧ ਜਿਹੜਾ ਗੁਰੂ, ਸਾਰੇ ਗੁਰੂ ਕਹਿੰਦੇ ਸੀ ਕਿ ਦਸਵੰਧ ਜਿਹੜਾ ਹੈ ਉਹ ਗੁਰੂ ਘਰ ਵਿੱਚ ਪਹੁੰਚਾਓ, ਕਿਉਂਕਿ ਉਹਦੇ ਨਾਲ ਲੋਕ ਕਲਿਆਣ ਦੇ ਕੰਮ ਹੁੰਦੇ ਸੀ। ਇੱਕ ਸੇਵਾ ਦਾ ਸਿਧਾਂਤ ਨਾਲ ਆਂਦਾ ਸੀ ਸਾਡੇ ਕਿ ਸਾਨੂੰ ਸੇਵਾ ਕਰਨੀ ਆਏ, ਕਿ ਅਸੀਂ ਆਪਣੀ ਹੱਥੀ ਵੀ ਸੇਵਾ ਕਰੀਏ, ਜੇ ਸਾਡੇ ਕੋਲ ਸਮੇਂ ਵਿੱਚ ਆਪਣੀ ਹੱਥੀ ਸੇਵਾ ਕਰੀਏ, ਜੇ ਤਾਨੇ ਉਹਦਾ 10ਵਾਂ ਹਿੱਸਾ ਕੱਢੀਏ, ਜੇ ਸਮਾਂ ਉਹਦਾ 10ਵਾਂ ਹਿੱਸਾ ਕੱਢੀਏ। ਔਰ ਸਾਰੇ ਗ੍ਰੰਥਾਂ ਵਿੱਚ ਇਹ ਗੱਲ ਲਿਖੀ ਹੈ ਕਿ 24 ਘੰਟੇ ਦਾ 10ਵਾਂ ਹਿੱਸਾ 2.5 ਘੰਟੇ ਬੰਦਾ ਹੈ। ਅਗਰ ਕੋਈ ਬੰਦਾ 2.5 ਘੰਟੇ ਹਰ ਦਿਨ ਆਪਣੀ ਆਤਮਾ ਦੀ ਤਰੱਕੀ ਲਈ ਲਗਾਏ, ਜਿਸ ਤਰ੍ਹਾਂ ਬਾਕੀ ਚੀਜ਼ਾਂ ਦੀ ਤਰੱਕੀ ਲਈ ਅਸੀਂ ਸਮੇਂ ਲਗਾਉਂਦੇ ਹਾਂ, ਪੜ੍ਹਾਈ ਕਰਨੇ ਆ, ਹਰ ਚੀਜ਼ ਕਰਨੇ ਆ, ਅਗਰ ਅਸੀਂ ਆਪਣੀ ਆਤਮਾ ਦੀ ਤਰੱਕੀ ਲਈ 2.5 ਘੰਟੇ ਲਗਾ ਦਈਏ ਤੇ ਫਿਰ ਸਾਡਾ ਉਹ ਦਸਵੰਧ ਜਿਹੜਾ ਅਸੀਂ ਸਮੇਂ ਦਾ ਕੱਢਿਆ ਉਹ ਆਪੇ ਗੁਰੂ ਸਾਡੀ ਬਾਹ ਪਕੜ ਲੈਂਦਾ ਹੈ। ਲੇਕਿਨ ਸਾਡੇ ਕੋਲ ਤੇ ਸਾਰੇ ਕੰਮਾਂ ਦਾ ਟਾਈਮ ਹੈ, ਲੇਕਿਨ ਪਰਮਾਤਮਾ ਦਾ ਨਾਮ ਲੈਣ ਦਾ ਟਾਈਮ ਨਹੀਂ ਸਾਡੇ ਕੋਲ। ਅਸੀਂ ਕਹਿੰਦੇ ਇੰਨੇ ਬਿਜ਼ੀ ਆ, 10 ਮਿੰਟ ਵੀ ਸਾਡੇ ਕੋਲ ਨਹੀਂ ਨੇ। ਲੇਕਿਨ ਸਾਰੇ ਸੰਤ ਮਹਾਂਪੁਰਸ਼ ਕਹਿੰਦੇ ਨੇ ਕਿ ਜਿੱਥੇ ਤੁਸੀਂ ਆਪਣੇ ਧਨ ਦਾ 10ਵਾਂ ਹਿੱਸਾ ਕੱਢਣਾ ਹੈ, ਉੱਥੇ ਤੁਸੀਂ ਆਪਣੇ ਸਮੇਂ ਦਾ ਵੀ 10ਵਾਂ ਹਿੱਸਾ ਕੱਢਣਾ ਹੈ। ਔਰ ਉਹ ਜਿਹੜਾ 10ਵਾਂ ਹਿੱਸਾ ਗੁਰੂ ਘਰ ਅਸੀਂ ਅਰਪਣ ਕਰਨੇ ਆ, ਉਹ ਫਿਰ ਉਸ ਵੇਲੇ ਗੁਰੂ ਨਗਰ ਵਸਾਉਂਦੇ ਸੀ, ਖੂਹ ਲਗਵਾਉਂਦੇ ਸੀ, ਬਾਵਲੀਆਂ ਲਗਵਾਉਂਦੇ ਸੀ, ਹਸਪਤਾਲ ਬੰਦੇ ਸੀ, ਗਰੀਬਾਂ ਦੀ ਮਦਦ ਹੁੰਦੀ ਸੀ ਉਹਦੇ ਵਿੱਚੋਂ। ਔਰ ਕਹਿੰਦੇ ਨੇ ਗੁਰੂ ਹਰਿਰਾਏ ਸਾਹਿਬ ਦੇ ਟਾਈਮ ਤੇ ਅਕਾਲ ਪੈ ਗਿਆ ਸੀ ਤੇ ਉਹ ਜਿਹੜਾ ਦਸਵੰਧ ਸੰਗਤ ਨੇ ਭੇਜਿਆ, ਉਹਨਾਂ ਨੇ ਫਿਰ ਲੰਗਰ ਲਗਾਏ। ਔਰ ਲੰਗਰ ਜਿਸ ਵੇਲੇ ਵਰਤਾਨ ਦਾ ਟਾਈਮ ਹੁੰਦਾ ਸੀ, ਨਗਾੜਾ ਵੱਜਦਾ ਸੀ ਕਿ ਜਿਹੜੇ ਵੀ ਜਿਨ੍ਹਾਂ ਨੂੰ ਨਹੀਂ ਮਿਲਦਾ ਕੁਝ ਵੀ ਖਾਣ ਨੂੰ, ਭੁੱਖੇ ਨੇ, ਉਹ ਆ ਕੇ ਗੁਰੂ ਘਰ ਦੇ ਲੰਗਰ ਚੋਂ ਲੰਗਰ ਛਕਣ। ਤੇ ਉਹ ਜਿਹੜਾ ਦਸਵੰਧ ਦਿੰਦੇ ਨੇ ਸਿੱਖ, ਉਹ ਕਈ ਕੰਮਾਂ ਵਿੱਚ ਇਸਤੇਮਾਲ ਹੁੰਦਾ ਸੀ ਉੱਥੇ, ਤੇ ਅੱਜ ਵੀ ਹੁੰਦਾ ਹੈ। ਲੇਕਿਨ ਦੇਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਦੇ ਕੇ ਫਿਰ ਉਹਦਾ ਪਿੱਛਾ ਕਰੀਏ ਕਿ ਅਸੀਂ ਦਿੱਤਾ ਤੇ ਇਸ ਪੈਸੇ ਦਾ ਕੀ ਹੋਇਆ। ਅਸੀਂ ਗੁਰੂ ਦੇ ਨਾਮ ਤੇ ਦੇ ਦਿੱਤਾ, ਸਾਡਾ ਕੰਮ ਖਤਮ। ਦੇਣ ਤੋਂ ਪਹਿਲੇ ਸੋਚੋ ਕਿ ਅਗਰ ਮੇਰੇ ਆਸ-ਪਾਸ ਕੋਈ ਗਰੀਬ ਹੈ ਤੇ ਮੈਂ ਉਹਦੀ ਮਦਦ ਕਰ ਸਕਣਾ ਤੇ ਉਹਦੀ ਮਦਦ ਕਰੋ। ਜੇ ਨਹੀਂ ਸਮਝ ਆ ਰਿਹਾ ਫਿਰ ਗੁਰਦੁਆਰੇ ਲੰਗਰ ਚ ਦਿਓ, ਜਾਂ ਕਿਸੇ ਕਿਧਰੇ ਕੋਈ ਐਸਾ ਸੇਵਾ ਦਾ ਕੰਮ ਹੋ ਰਿਹਾ ਫਿਰ ਉਹ ਸੇਵਾ ਦੇ ਕੰਮ ਚ ਦਿਓ। ਇਹ ਕੋਈ ਰੂਲ ਬੁੱਕ ਨਹੀਂ ਹੈ ਇੱਥੇ ਦੇਣਾ ਇੱਥੇ ਨਹੀਂ ਦੇਣਾ, ਤੁਹਾਡੀ ਆਤਮਾ ਤੁਹਾਨੂੰ ਦੱਸੇਗੀ ਕਿ ਕਿੱਥੇ ਦੇਣਾ ਕਿੱਥੇ ਨਹੀਂ ਦੇਣਾ। ਔਰ ਇਹ ਇੱਕ ਸੇਵਾ ਸੰਸਥਾਨ ਹੈ, ਅਧਿਆਤਮਿਕ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ, ਸਾਇੰਟਿਫਿਕ ਸਪਿਰਿਚੁਅਲਿਜ਼ਮ। ਉਹਨਾਂ ਦਾ ਇਹ ਸਿਧਾਂਤ ਹੈ ਕਿ ਜਿਹੜਾ ਵੀ ਉਹਨਾਂ ਕੋਲ ਆਂਦਾ, ਸਭ ਤੋਂ ਪਹਿਲੇ ਉਹ ਕਹਿੰਦੇ ਨੇ ਕਿ ਤੂੰ ਆਪਣੇ ਸਮੇਂ ਦਾ ਔਰ ਧਨ ਦਾ 10ਵਾਂ ਹਿੱਸਾ ਕੱਢ, ਔਰ ਅਗਰ ਤੂੰ ਨਹੀਂ ਕੱਢ ਰਿਹਾ ਤੇ ਦੁਬਾਰਾ ਇੱਥੇ ਆਉਣ ਦੀ ਲੋੜ ਨਹੀਂ ਹੈ, ਕਿਉਂਕਿ ਤੂੰ ਸਾਧਨਾ ਕਰ ਰਿਹਾ ਹੈ, ਤੂੰ ਪਰਮਾਤਮਾ ਦੇ ਰਸਤੇ ਤੇ ਚੱਲ ਰਿਹਾ ਹੈ, ਹਰ ਤਰ੍ਹਾਂ ਦਾ ਜਾਪ ਕਰ ਰਿਹਾ ਹੈ, ਮਿਹਨਤ ਕਰ ਰਿਹਾ ਹੈ। ਲੇਕਿਨ ਅਗਰ ਤੂੰ ਗੁਰੂ ਦਾ ਹਿੱਸਾ ਨਹੀਂ ਕੱਢ ਰਿਹਾ 10ਵਾਂ, ਤੇ ਉਹ ਸਾਰਾ ਤੇਰਾ ਕੀਤਾ ਬੇਕਾਰ ਹੈ। ਤੇ ਉਹ ਸੰਸਥਾ ਵਿੱਚ ਇਹ ਇੰਨਾ ਨਿਯਮ ਹੈ ਕਿ ਅਗਰ ਤੁਸੀਂ 10ਵਾਂ ਹਿੱਸਾ ਕੱਢ ਰਹੇ ਹੋ ਤੇ ਤਾਂ ਤੁਸੀਂ ਇੱਥੇ ਆਓ, ਨਹੀਂ ਤੇ ਤੁਸੀਂ ਨਹੀਂ
क्योंकि फिर तुसी अपने ए ना कहो कि मेरी ये बीमारी नहीं जा रही, मेरा दुख नहीं जा रहा या मेरा काम नहीं वध रहा, क्योंकि तुसी चोरी कर रहे हो गुरु दी, तो कदी तुसी अगे वध ही नहीं सकते। ते अपने आप ही जेडे लोग जुड़ते ने उस संस्था नाल पहले 10वां हिस्सा अपना धन दा और अपने समय दा कढदे ने, और वो कह रहे ने कि उन्हां दी जिंदगी इन्नी जल्दी बदल जाती है ए सिद्धांत दा पालन करन नाल। ते कोई साडे सिखिज्म विच ही सिद्धांत नहीं है 10वें हिस्से दा, ए सिद्धांत कृष्ण भगवान ने अर्जुन नूं गीता विच भी समझाया। ए हर एक मुसलमान धर्म विच भी जकात दा सिद्धांत है, ईसाई धर्म विच चैरिटी किया जाता है, ए हर धर्म विच ए सिद्धांत है 10वां हिस्सा कढण दा। ओ क्योंकि 10वां हिस्सा साडा है ही नहीं, गुरु दा है। हुण जेड़ी ए फूड साइंस है, जेड़ा ए अध्यात्मिक विज्ञान है खान दा, ते जेड़ा कहंदे ने कि गुरु साहब ने ते गुरबाणी च कुछ लिख इहो जिहा दस्सिया ही नहीं, ते गुरु नानक देव जी दा ही शब्द है, बाबा और खाना खुशी खुआर जित खादे तन पीड़िए मन में चले विकार, कि ओ खाना जेड़ा है ओ बिल्कुल तेरे लिए ठीक नहीं है, जिहदे खाण नाल तैनूं खुशी ते मिलदी है लेकिन तेरे मन विच विचार गलत चलते ने। वो खाना खाने नाल तेरा शरीर ते खराब होएगा, तेरे मन भी प्रदूषित हो जाएगा, मन विच भी तेरा प्रदूषण होएगा, विचारां दा प्रदूषण होएगा और तेरे विचार गलत हो जाएंगे, भ्रष्टाचार दे विचार तेरे मन विच आएंगे। और ए एक बहुत ही साडी कहना की कहना चाहिदा है, साडी जिन्हां ने थोड़ी बहुत गुरबाणी पढ़ी है ते ओ अद्धियां अधूरियां पंक्तियां सुना के दूजे नूं डरा लैंदे ने, क्योंकि असी गुरबाणी पढ़ते नहीं ते असी समझने कह रहे हैं इन्हां नूं साडे नाल ज्यादा समझदे, ठीक कह रहे हैं। इस पंक्ति नूं लैके लोग इन्नी बहस करते हैं और मैनू कई फोन आते हैं कि ओ ते कहंदे ने गुरबाणी च लिखिया होया मास मास कर मूरख झगड़े, बस इन्नी ही पढ़ते हैं, अगों नहीं पढ़ते। मास मास कर मूरख झगड़े, जेड़ा मास का टॉपिक लैके जेड़ा झगड़े कर रहे हैं वो मूरख ने, लेकिन यह पंक्ति इन्नी नहीं है। मैं ताही रेफरेंस गुरबाणी दे इत्थे लिखे ताकि तुसी खुद चेक कर सको, पढ़ सको, अर्थ देख समझ सको। जेड़ी पूरी पंक्ति है मास मास कर मूरख झगड़े ज्ञान ध्यान नहीं जाने, ਉਹ ਤੇ ਅਸੀਂ ਅੱਧਾ ਕੱਟ ਹੀ ਦਿੱਤਾ, ਉਹਦੀ ਤੇ ਜ਼ਰੂਰਤ ਹੀ ਨਹੀਂ ਗਿਆਨ ਧਿਆਨ ਦੀ, ਤੇ ਅਸੀਂ ਅੱਧੀ ਪੰਕਤੀ ਪਕੜ ਲਈ ਕਿ ਮੂਰਖ ਲੋਕ ਝਗੜਾ ਕਰਦੇ ਨੇ ਮਾਸ ਮਾਸ ਕਰਕੇ। ਲੇਕਿਨ ਸ਼੍ਰੀ ਗੁਰੂ ਜੀ ਨਾਨਕ ਦੇਵ ਜੀ ਕਹਿ ਰਹੇ ਨੇ कि मास मास कर मूर्ख झगड़े, लेकिन वो ध्यान और अध्यात्मिक विज्ञान के बारे च वो लोग झगड़ा कर रहे जिहड़ा इहदे बारे च कुछ जानते ही नहीं। ते अगों कह रहे ने कौन मास कौन साग कहावे किसमें पाप समाने, कह रहे तू इस गल का निर्णय कर अपने आप ही कि मास मतलब जेड़ा मार के जानवरां नूं खांदे आ, और साग जेड़ी वनस्पति है केड़ी ते मास भी चाहती चीज और केड़ी साग भी चाहती है, एदा निर्णय करन दे उन्होंने ने बहुत बारीक सूत्र दिता सानू, कौन मास कौन साग कहावे किसमें पाप समाने, कि पाप किदे नाल पैदा हो रहा है, केड़ी चीज सानू पापां वल लैके जा रही है, कि असीं सब्जियां कट रहे हैं खा रहे हैं कि पाप कर रहे हैं, लेकिन जे असीं नॉन वेज जेड़े खांदे ने असीं कहने हैं पाप कर रहे हैं। तो गुरु नानक देव जी कह रहे तू आप ही निर्णय कर कि कौन मांस कौन साग कहावे किसमें पाप समाने, what is called meat and what is called green vegetables, what leads to sin, केड़ा काम करन नाल पाप कर्म इकट्ठे हो रहे ने ओ विचार कर, और ओ विचार बिना ध्यान दे बिना ज्ञान दे हो ही नहीं सकता, और ओ हो नहीं सकता विचार, ते इस वास्ते मूर्ख लोग झगड़ा करते ने कि मास मास कर मूर्ख झगड़े। ए पूरियां पंक्तियां ने जेड़ियां पूरियां पंक्तियां कोई ना पढ़दा ना सुनदा, अद्धी पंक्ति अद्धी तो भी अद्धी पकड़ के कि मास मास कर मूर्ख झगड़े असीं दूसरिਆਂ ਨੂੰ डराने आ कि बाणी विच ते लिखिया होया कि मूर्ख लोग झगड़ा करते हैं, लेकिन अगे की लिखिया वो नहीं पढ़ते असीं कि मास मास कर मूर्ख झगड़े ज्ञान ध्यान नहीं जाने। हुण ज्ञान कित्थों आएगा, ध्यान करेगा ते ज्ञान आएगा, अध्यात्मिक ज्ञान की समझ कित्थों आएगी जे ध्यान करेगा, ते फिर पता चलेगा कि मीट की है और वेजिटेबल्स की है और केड़ी चीज करन नाल पाप कर्म इकट्ठे हो रहे ने, जिस वेले इस गल दा तू अपनी आत्मा नाल फैसला करेगा तां तैनूं समझ आएगी। जिस तरह मैं पहले कहा राजा देवलूत सी एक जगह गुरु नानक देव जी गए ते उत्थे ओ खांदे सी मांस, इत्थे तक कि आदमियां नूं पकड़ के भी खांदे सी। ते जिस वेले गुरु नानक देव जी उस जगह ते गए ते ओ जेड़ा देवलूत राजा अपने वजीर और सेना नाल जा रहा सी अपने सिपाहियां नाल, उन्हें देखिया 3 बंदे जंगल च बैठे ने गुरु नानक देव जी बाला मर्दाना, ते बड़ा खुश होया कि आज ते इन्हां नूं खावांगे। ते जिस वेले ओ अगे वधन लगा ते ओ अन्ना हो गया, सारी सेना अन्नी हो गई।
ਤੇ ਰਾਜਾ ਕਹਿਣ ਲੱਗਾ ਕਿ ਮੈਨੂੰ ਦਿਖਾਈ ਕਿਉਂ ਨਹੀਂ ਦੇ ਰਿਹਾ, ਪਿੱਛੇ ਜਾਂਦਾ ਦੂਰੋਂ ਦੇਖਦਾ ਦਿਖਾਈ ਦਿੰਦੇ ਨੇ, ਅੱਗੇ ਵੱਧਦਾ ਦਿਖਾਈ ਨਹੀਂ ਦਿੰਦੇ। ਤੇ ਵਜ਼ੀਰ ਬੜਾ ਸਮਝਦਾਰ ਸੀ, ਵਜ਼ੀਰ ਨੇ ਕਿਹਾ ਕਿ ਲੱਗਦਾ ਅਸੀਂ ਸਾਡੀ ਸ਼ੁੱਧ ਭਾਵਨਾ ਨਹੀਂ ਹੈ ਔਰ ਇਹ ਕੋਈ ਪਹੁੰਚੇ ਹੋਏ ਸੰਤ ਨੇ, ਤੇ ਮੈਂ ਜਾਣਾ ਵਾ, ਮੈਂ ਮਨ ਵਿੱਚ ਇਹ ਸੋਚ ਕੇ ਜਾਣਾ ਕਿ ਮੈਂ ਇਹਨਾਂ ਦੀ ਸੇਵਾ ਕਰਾਂਗਾ, ਤੇ ਜੇ ਮੈਂ ਅੰਨਾ ਨਹੀਂ ਹੋਇਆ ਤੇ ਤੂੰ ਸਮਝ ਲਈ ਕਿ ਇਹ ਬਹੁਤ ਪਹੁੰਚੇ ਹੋਏ ਸਿੱਧ ਨੇ, ਤੇ ਤੂੰ ਮਨ ਚੋਂ ਇਹ ਵਿਚਾਰ ਕੱਢ ਦੇਈ ਕਿ ਮੈਂ ਇਹਨਾਂ ਨੂੰ ਖਾਵਾਂਗਾ। ਤੇ ਉਹ ਤਾਂ ਅਗਰ ਤੂੰ ਵੀ ਅੰਨਾ ਨਹੀਂ ਹੋਏਗਾ ਤੇ ਤੈਨੂੰ ਸਮਝ ਆ ਜਾਏਗੀ। ਤੇ ਜਿਸ ਵੇਲੇ ਵਜ਼ੀਰ ਗਿਆ ਤੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਉਹਨੇ ਮੱਥਾ ਟੇਕਿਆ, ਬੈਠਿਆ ਔਰ ਵਾਪਸ ਆ ਗਿਆ। ਤੇ ਫਿਰ ਉਹਨੇ ਕਿਹਾ ਰਾਜੇ ਨੂੰ ਕਿ ਇਹ ਬਹੁਤ ਪਹੁੰਚੇ ਹੋਏ ਸਿੱਧ ਪੁਰਸ਼ ਨੇ ਤੇ ਤੂੰ ਮਨ ਚੋਂ ਬੁਰਾ ਵਿਚਾਰ ਕੱਢ ਦੇ। ਲੇਕਿਨ ਜਿਸ ਵੇਲੇ ਰਾਜਾ ਚੱਲਿਆ ਦੇਵਲੂਤ ਫਿਰ ਗੁਰੂ ਨਾਨਕ ਦੇਵ ਜੀ ਦੇ ਪਾਸੇ, ਫਿਰ ਉਹਨੇ ਸੋਚਿਆ ਕਿ ਮੈਂ ਖਾਵਾਂਗਾ, ਫਿਰ ਉਹ ਅੰਨਾ ਹੋ ਗਿਆ। ਫਿਰ ਵਜ਼ੀਰ ਨੇ ਕਿਹਾ ਫਿਰ ਤੂੰ ਗਲਤ ਸੋਚਿਆ ਤਾਂ ਤੂੰ ਅੰਨਾ ਹੋ ਗਿਆ, ਤੂੰ ਆਪਣੀ ਭਾਵਨਾ ਸ਼ੁੱਧ ਕਰ। ਤੇ ਜਿਸ ਵੇਲੇ ਸ਼ੁੱਧ ਭਾਵਨਾ ਕਰਕੇ ਵਜ਼ੀਰ ਉਹ ਰਾਜਾ ਗੁਰੂ ਜੀ ਦੀ ਚਰਨੀ ਲੱਗਾ ਔਰ ਉਹਦੇ ਨਾਲ ਬਚਨ ਬਿਲਾਸ ਹੋਏ, ਗੱਲਬਾਤ ਹੋਈ, ਤੇ ਉਹਨੇ ਕਿਹਾ ਮੇਰੇ ਮਹਿਲ ਵਿੱਚ ਚਲੋ। ਤੇ ਗੁਰੂ ਜੀ ਨੇ ਕਿਹਾ ਅਸੀਂ ਤੇਰੇ ਮਹਿਲ 'ਚ ਨਹੀਂ ਜਾਣਾ, ਅਸੀਂ ਤੇਰੇ ਮਹਿਲ 'ਚ ਤਾਂ ਜਾਵਾਂਗੇ ਜੇ ਤੂੰ ਇਹ ਜਾਨਵਰ ਔਰ ਆਦਮੀਆਂ ਦੇ ਖਾਣੇ ਨੂੰ ਛੱਡੇਗਾ, ਤਾਂ ਅਸੀਂ ਜਾਵਾਂਗੇ, ਅਸੀਂ ਤੇਰੇ ਮਹਿਲ 'ਚ ਨਹੀਂ ਜਾਵਾਂਗੇ। ਤੇ ਉੱਥੇ ਉਹਨੇ ਕਿਹਾ ਕਿ ਗੁਰੂ ਜੀ ਅੱਜ ਮੈਂ ਤੁਹਾਨੂੰ ਵਚਨ ਦੇਣਾ ਕਿ ਤੁਹਾਡੇ ਦਰਸ਼ਨ ਕਰਕੇ ਮੇਰੇ ਅੰਦਰ ਇੰਨੀ ਵੀ ਤਾਕਤ ਨਹੀਂ ਹੈ ਕਿ ਮੈਂ ਇੱਕ ਤਿਨਕਾ ਤੋੜ ਸਕਾਂ, ਅੱਜ ਤੋਂ ਬਾਅਦ ਮੈਂ ਕੰਮ ਬਿਲਕੁਲ ਨਹੀਂ ਕਰਨਾ। ਔਰ ਵਚਨ ਦਿੱਤਾ ਔਰ ਗੁਰੂ ਨਾਨਕ ਦੇਵ ਜੀ ਉੱਥੇ ਗਏ। ਔਰ ਇਹ ਵੀ ਗੁਰਬਾਣੀ ਵਿੱਚ ਕਬੀਰ ਜੀ ਦਾ ਸ਼ਬਦ ਹੈ ਕਿ ਇਹ ਨਾ ਕਹੋ ਕਿ ਵੇਦ ਕੁਰਾਨ ਬਾਈਬਲ ਇਹ ਝੂਠੇ ਨੇ, ਝੂਠਾ ਓਏ ਜੋ ਇਹਨਾਂ ਤੇ ਚਿੰਤਨ ਨਹੀਂ ਕਰ ਰਿਹਾ। ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਇਹ ਗੁਰਬਾਣੀ ਦਾ ਸ਼ਬਦ ਹੈ। ਜੋ ਸਭ में एक खुदाए कह तो क्यों मुर्गी मारे। अगर ਸਾਰਿਆਂ ਵਿੱਚ ਇੱਕ ਪਰਮਾਤਮਾ ਹੈ ਤੇ ਫਿਰ ਤੁਸੀਂ ਮਾਸ, ਮੁਰਗੀਆਂ, ਬੱਕਰੀਆਂ, ਮੱਛਲੀਆਂ ਨੂੰ ਮਾਰ ਕੇ ਕਿਉਂ ਖਾ ਰਹੇ ਹੋ। ਉਹ ਕਹਿ ਰਹੇ ਨੇ ਕਬੀਰ ਜੀ ਕਿ ਤੇਰਾ ਇਹ ਕੀ ਨਿਆਂ ਮੁੱਲਾ, ਤੂੰ ਮੈਨੂੰ ਦੱਸ ਤੇ ਸਹੀ। ਤੇਰੇ ਮਨ ਕਾ ਭਰਮ ਨਾ ਜਾਈ, ਤੇਰੇ ਮਨ ਚੋਂ ਅਜੇ ਤੱਕ ਭਰਮ ਦੂਰ ਨਹੀਂ ਹੋਇਆ ਕਿ ਉਹਨਾਂ ਦੇ ਅੰਦਰ ਪਰਮਾਤਮਾ ਨਹੀਂ ਹੈ ਜਿਨ੍ਹਾਂ ਨੂੰ ਤੂੰ ਮਾਰ ਕੇ ਖਾ ਰਿਹਾ। ਤੇ ਅਗਰ ਤੂੰ ਮਾਰ ਕੇ ਖਾ ਵੀ ਰਿਹਾ ਤੇ ਤੂੰ ਕੀ ਮਾਰਿਆ, ਆਤਮਾ ਤੇ ਕਿਸੇ ਦੂਸਰੀ ਯੋਨੀ ਵਿੱਚ ਚਲੀ ਗਈ, ਤੇ ਤੂੰ ਕਿਹਨੂੰ ਮਾਰਿਆ। ਤੇ ਉਹ ਕਹਿ ਰਹੇ ਨੇ ਇਹ ਜੋ ਤੂੰ ਨਮਾਜ਼ ਪੜ ਰਿਹਾ ਹੈ, ਜਿਹੜੇ ਤੂੰ ਹੱਥ ਮੂੰਹ ਧੋ ਕੇ ਪਰਮਾਤਮਾ ਦੇ ਅੱਗੇ ਝੁਕ ਰਿਹਾ ਹੈ ਜਾ ਕੇ ਮਸਜਿਦ ਵਿੱਚ, ਇਹਦਾ ਫਾਇਦਾ ਕੀ ਹੈ। ਤੇਰਾ ਮਨ ਤੇ ਪਵਿੱਤਰ ਹੈ ਹੀ ਨਹੀਂ, ਤੇ ਮਨ ਵਿੱਚ ਤੇ ਤੂੰ ਕਪਟ ਕਮਾ ਰਿਹਾ ਹੈ, ਤੇ ਇਹ ਤੈਨੂੰ ਪਤਾ ਹੀ ਨਹੀਂ ਹੈ ਕਿ ਪਵਿੱਤਰਤਾ ਕਿਸ ਤਰ੍ਹਾਂ ਮੇਰੇ ਅੰਦਰ ਆਏਗੀ। ਇਸ ਚੀਜ਼ ਨੂੰ ਤੂੰ ਜਾਣਿਆ ਹੀ ਨਹੀਂ ਹੈ, ਤੂੰ ਮਾਰ ਕੇ ਖਾ ਰਿਹਾ ਮਾਸ, ਤੇ ਪਵਿੱਤਰਤਾ ਤੇ ਤੇਰੇ ਅੰਦਰ ਹੈ ਹੀ ਨਹੀਂ। ਤੇ ਇਹ ਵੀ ਗੁਰਬਾਣੀ ਦਾ ਸ਼ਬਦ ਹੈ। ਕਬੀਰ ਭਾਂਗ ਮਾਛਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਏ। ਜਿਹੜਾ ਆਦਮੀ, ਇਹਦੇ ਚ ਉਹਨਾਂ ਨੇ ਇੱਕ ਇੱਕ ਚੀਜ਼ ਗਿਣ ਕੇ ਦੱਸੀ, ਭਾਂਗ, ਮਾਛਲੀ, ਸੁਰਾਪਾਨ, ਮਤਲਬ ਜੋ ਅਸੀਂ ਡਰਿੰਕ ਕਰਦੇ ਨੇ ਲੋਕ, ਸ਼ਰਾਬ। ਕਹਿ ਰਹੇ ਨੇ ਜੋ ਜੋ ਪ੍ਰਾਣੀ ਖਾਏ, ਤੀਰਥ ਵਰਤ ਅਰ ਨੇਮ ਕੀਏ ਸਭੇ ਰਸਾਤਲ ਜਾਏ। ਜੋ ਵੀ ਉਹ ਤੀਰਥ ਵਰਤ ਨੇਮ ਕਰਦੇ ਨੇ ਸਭ ਕੁਝ ਉਹਨਾਂ ਦਾ ਬੇਕਾਰ ਚਲਾ ਜਾਂਦਾ ਹੈ। ਤੇ ਕਬੀਰ ਜੀ ਪੁੱਛ ਰਹੇ ਨੇ ਜੀ ਬੱਦੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਿਤ ਭਾਈ। ਕਿ ਜੀਵਾਂ ਨੂੰ ਮਾਰ ਕੇ ਤੁਸੀਂ ਕਹਿ ਰਹੇ ਹੋ ਅਸੀਂ ਤੇ ਧਰਮ ਕਰ ਰਹੇ ਹਾਂ, ਤੇ ਫਿਰ ਉਹ ਕਹਿ ਰਹੇ ਨੇ ਅਧਰਮ ਕੀ ਹੈ ਇਹ ਸਮਝਾਓ ਮੈਨੂੰ। ਤੇ ਕਹਿ ਰਹੇ ਤੁਸੀਂ ਤੇ ਮਾਰ ਰਹੇ ਹੋ, ਬਲੀ ਦੇ ਰਹੇ ਹੋ, ਔਰ ਆਪਣੇ ਆਪ ਨੂੰ ਤੁਸੀਂ ਸਾਧੂ ਮਹਾਤਮਾ ਸੰਤ ਕਹਿ ਰਹੇ ਹੋ, ਤੇ ਫਿਰ ਕਸਾਈ ਕਿਹਨੂੰ ਕਹਾਂਗੇ। ਤੇ ਇੱਥੇ ਕਬੀਰ ਜੀ ਕਹਿ ਰਹੇ ਨੇ ਮਨ ਕੇ ਅੰਧੇ ਆਪ ਨਾ ਬੁਝੋ ਕਾਹੇ ਬੁਝਾਵੋ ਪਾਈ। ਕਿ ਤੂੰ ਤੇ ਮਨ ਦਾ ਅੰਧਾ, ਤੈਨੂੰ ਖੁਦ ਤੇ ਕੁਝ ਸਮਝ ਆਇਆ ਨਹੀਂ, ਤੇ ਤੂੰ ਦੂਜਿਆਂ ਨੂੰ ਕੀ ਸਮਝਾਉਣ ਜਾ ਰਿਹਾ ਹੈ। ਤੇ ਇੱਥੇ ਉਹ ਇੱਕ ਹੋਰ ਚੀਜ਼ ਖੋਲਦੇ ਨੇ, ਜਿੱਥੇ ਉਹ ਕਹਿ ਰਹੇ ਨੇ ਕਿ ਜਾਨਵਰਾਂ ਨੂੰ ਮਾਰ ਕੇ ਜੇ ਤੂੰ ਖਾ ਰਿਹਾ ਹੈ, ਤੇਰਾ ਮਨ ਪਵਿੱਤਰ ਨਹੀਂ ਹੈ, ਤੇ ਦੂਜਿਆਂ ਨੂੰ ਤੂੰ ਕੀ ਸਮਝਾ ਰਿਹਾ ਹੈ, ਕਿਉਂ ਮਾਰ ਰਿਹਾ ਉਹਨਾਂ ਨੂੰ। ਤੇ ਜੇ ਤੂੰ ਆਪਣੇ ਆਪ ਨੂੰ ਧਰਮੀ ਕਹਿਣਾ ਹੈ, ਫਿਰ ਕਸਾਈ ਕੌਣ ਹੈ। ਇੱਥੇ ਉਹ ਇੱਕ ਚੀਜ਼ ਹੋਰ ਬਹੁਤ ਗਹਿਰੀ ਦੱਸ ਰਹੇ ਨੇ, ਮਾਇਆ ਕਾਰਨ ਵਿਦਿਆ ਵੇਚੋ ਜਨਮ ਅਬਿਰਥਾ ਜਾਈ। ਔਰ ਜੇ ਤੂੰ ਅਧਿਆਤਮਿਕ ਗਿਆਨ ਨੂੰ ਪੈਸਾ ਕਮਾਉਣ ਲਈ ਵੇਚ ਰਿਹਾ ਹੈ, ਤੇ ਤੇਰਾ ਜਨਮ ਹੀ ਵਿਅਰਥ ਚਲਾ ਜਾਏਗਾ। ਐਸੇ ਲਈ ਮਰਦਾਨਾ ਇੱਕ ਬਹਾਨਾ ਸੀ ਸੰਸਾਰ ਨੂੰ ਤਾਰਨ ਦਾ। ਤੇ ਜਿੱਥੇ ਜਿੱਥੇ ਮਰਦਾਨਾ ਜਾਂਦਾ ਸੀ, ਕੌਡੇ ਰਾਖਸ਼ ਨੇ ਵੀ ਮਰਦਾਨੇ ਨੂੰ ਪਕੜਿਆ, ਤੇ ਗੁਰੂ ਨਾਨਕ ਦੇਵ ਜੀ ਉੱਥੇ ਗਏ। ਤੇ ਜਿੱਥੇ ਜਿੱਥੇ ਮਰਦਾਨਾ ਜਾਂਦਾ ਸੀ, ਫਿਰ ਉੱਥੇ ਲੋਕਾਂ ਦਾ ਕਲਿਆਣ ਹੋ ਜਾਂਦਾ ਸੀ। ਬਾਬੇ ਦਾ ਰਬਾਬੀ ਰੱਬ ਆਪ ਭਿੰਨੀ ਤਾਰ ਜੀ ਦੀ ਨਾਮੇ ਮਰਦਾਨਾ ਜਗ ਤਾਰਨੇ ਬਹਾਨਾ ਸੀ। ਔਰ ਇਹ ਜਿਹੜਾ ਕੋਡਾ ਰਾਖਸ਼ ਸੀ, ਇੱਥੇ ਇੱਕ ਹੋਰ ਬਹੁਤ ਗਹਿਰੀ ਗੱਲ ਹੈ ਕਿ ਕੋਡਾ ਰਾਖਸ਼ ਰਾਜੇ ਜਨਕ ਦਾ ਰਸੋਈਆ ਸੀ ਪਿਛਲੇ ਜਨਮ ਵਿੱਚ। ਔਰ ਇਹ ਰਾਜਾ ਜਨਕ ਬ੍ਰਾਹਮਣਾਂ ਨੂੰ ਭੋਜਨ ਕਰਾਂਦਾ ਸੀ ਹਰ ਦਿਨ ਆਪਣੀ ਰਸੋਈ ਚੋਂ। ਤੇ ਇਹ ਰਸੋਈਆ ਸੀ, ਤੇ ਇਹ ਭੋਜਨ ਝੂਠਾ ਕਰ ਦਿੰਦਾ ਸੀ ਬਣਾ ਕੇ, ਪਹਿਲੇ ਖਾ ਕੇ ਦੇਖ ਲੈਂਦਾ ਸੀ। ਤੇ ਰਾਜੇ ਨੇ ਕਈ ਵਾਰੀ ਮਨਾ ਕੀਤਾ ਕਿ ਤੂੰ ਇਹ ਕੰਮ ਨਾ ਕਰਿਆ ਕਰ, ਕਿਉਂਕਿ ਬ੍ਰਾਹਮਣਾਂ ਨੂੰ ਸੰਤਾਂ ਨੂੰ ਭੋਜਨ ਕਰਾਉਣਾ ਹੁੰਦਾ ਤੇ ਤੂੰ ਖਾ ਕੇ ਪਹਿਲੇ ਹੀ ਝੂਠਾ ਕਰ ਦਿੰਦਾ, ਤੇ ਫਿਰ ਉਹ ਖਾਂਦੇ ਨਹੀਂ।
ਤੇ ਇਹ ਬਾਰ-ਬਾਰ ਮਨਾ ਕਰਨ ਦੇ ਬਾਵਜੂਦ ਵੀ ਇਹ ਆਪਣੇ ਗੱਲ ਤੋਂ ਗਿਆ ਨਹੀਂ ਰਸੋਈਆ। ਤੇ ਰਾਜਾ ਜਨਕ ਦੇ ਮੂੰਹ ਤੋਂ ਇੱਕ ਵਾਰੀ ਨਿਕਲ ਗਿਆ ਤੇ ਤੇਰੀ ਤੇ ਰਾਖਸ਼ ਵ੍ਰਿਤੀ ਏ, ਤੂੰ ਰਾਖਸ਼ਾਂ ਦੀ ਤਰ੍ਹਾਂ ਕੰਮ ਕਰਨਾ, ਤੈਨੂੰ ਸਮਝ ਨਹੀਂ ਆਉਂਦੀ। ਤੇ ਰਾਜਾ ਜਨਕ ਕਿਉਂਕਿ ਪੂਰਨ ਮਹਾਂਪੁਰਸ਼ ਸਨ ਤੇ ਉਹਨਾਂ ਦੇ ਮੂੰਹ ਤੋਂ ਜਿਹੜੀ ਗੱਲ ਨਿਕਲੀ ਤੇ ਉਹ ਰਸੋਈਆ ਜਿਹੜਾ ਸੀ ਉਹਨਾਂ ਦੇ ਚਰਨਾਂ ਤੇ ਡਿੱਗਿਆ ਕਿ ਹੁਣ ਤੁਹਾਡੇ ਵਚਨ ਤੇ ਪੂਰੇ ਹੋਣਗੇ। ਤੁਸੀਂ ਰਾਖਸ਼ ਕਿਹਾ ਤੇ ਰਾਖਸ਼ ਦੀ ਜੋਨੀ ਤੇ ਮੈਨੂੰ ਮਿਲੇਗੀ, ਪਰ ਮੈਨੂੰ ਇਹ ਦੱਸੋ ਮੇਰਾ ਉद्धार ਕਿਸ ਤਰ੍ਹਾਂ ਹੋਏਗਾ। ਤੇ ਉਹਨਾਂ ਨੇ ਕਿਹਾ ਕਿ ਕਲਯੁਗ ਵਿੱਚ ਗੁਰੂ ਨਾਨਕ ਆਣਗੇ ਔਰ ਉਹ ਜਿਸ ਵੇਲੇ ਉਹਨਾਂ ਦੇ ਤੂੰ ਦਰਸ਼ਨ ਕਰੇਗਾ ਤੇ ਤੇਰੇ ਮਨ ਸ਼ਾਂਤ ਹੋ ਜਾਏਗਾ, ਤੇਰਾ ਜਿਹੜਾ ਵਿਕਾਰ ਹੈ ਜਿਹੜੇ ਤੂੰ ਆਦਮੀ ਤਲ ਤਲ ਕੇ ਰਾਖਸ਼ ਯੋਨੀ ਚ ਖਾਏਗਾ, ਤੇਰਾ ਉਹ ਕੜਾਇਆ ਠੰਡਾ ਹੋ ਜਾਏਗਾ ਤੇ ਸਮਝ ਲਈ ਕਿ ਉਹ ਗੁਰੂ ਨਾਨਕ ਨੇ। ਤੇ ਜਿਸ ਵੇਲੇ ਉਹ ਮਰਦਾਨੇ ਨੂੰ ਪਾਣ ਲਗਾ ਕੜਾਈ ਵਿੱਚ ਤੇ ਉਹ ਗੁਰੂ ਨਾਨਕ ਦੇਵ ਜੀ ਉੱਥੇ ਪਹੁੰਚੇ ਤੇ ਉਹ ਜਿਹੜਾ ਕੜਾਇਆ ਸੀ ਉਹ ਠੰਡਾ ਹੋ ਗਿਆ ਬਿਲਕੁਲ ਪਾਣੀ ਦੀ ਤਰ੍ਹਾਂ। ਤੇ ਕੌਡੇ ਰਾਖਸ਼ ਨੇ ਪਹਿਚਾਨ ਲਿਆ ਕਿ ਗੁਰੂ ਨਾਨਕ ਆਏ ਨੇ ਮੇਰਾ ਕਲਿਆਣ ਕਰਨ ਲਈ। ਹੁਣ ਅਸੀਂ ਅਗਰ ਇਸ ਚੀਜ਼ ਨੂੰ ਸਮਝੀਏ, ਬਹੁਤ ਗਹਿਰਾਈ ਦੀਆਂ ਗੱਲਾਂ ਨੇ ਕਿ ਅਸੀਂ ਅਗਰ ਲੰਗਰ ਲਗਾਉਂਦੇ ਆ ਜਾਂ ਘਰ ਅਸੀਂ ਪਾਠ ਕਰਾਉਂਦੇ ਆ ਜਾਂ ਅਸੀਂ ਸੰਤਾਂ ਨੂੰ ਕਿਸੇ ਨੂੰ ਬੁਲਾਉਂਦੇ ਆ ਘਰ ਲੰਗਰ ਛਕਣ ਵਾਸਤੇ, ਔਰ ਅਗਰ ਅਸੀਂ ਉਹ ਲੰਗਰ ਝੂਠਾ ਕਰ ਲੈਂਦੇ ਆ ਪਹਿਲੇ ਹੀ ਤੇ ਉਹ ਵੀ ਬਹੁਤ ਵੱਡਾ ਪਾਪ ਹੈ। ਔਰ ਇਹ ਚੀਜ਼ ਪਤਰੀ ਸਰ ਸਾਨੂੰ ਬਾਰ-ਬਾਰ ਸਮਝਾਉਂਦੇ ਸੀ ਕਿ ਅਗਰ ਅਸੀਂ ਡਾਈਨਿੰਗ ਟੇਬਲ ਤੇ ਬੈਠ ਕੇ ਖਾ ਰਹੇ ਹਾਂ ਪਤਰੀ ਸਰ ਨਾਲ ਔਰ ਅਸੀਂ ਦੋਨੋਂ ਹੱਥ ਝੂਠੇ ਕਰਕੇ ਅਗਰ ਉਹੀ ਹੱਥ ਅਸੀਂ ਖਾਣੇ 'ਚ ਲਗਾ ਰਹੇ ਆ, ਉਸੇ ਹੱਥ ਨਾਲ ਅਸੀਂ ਖਾਣਾ ਖਾ ਰਹੇ ਆ, ਉਸੇ ਹੱਥ ਨਾਲ ਅਸੀਂ ਹੋਰ ਖਾਣਾ ਜਿਹੜਾ ਸਾਰਿਆਂ ਦੇ ਵਾਸਤੇ ਪਿਆ ਹੋਇਆ ਉਹਦੇ ਚੋਂ ਲੈ ਰਹੇ ਆ, ਤੇ ਪਤਰੀ ਸਰ ਇੰਨਾ ਡਾਂਟਦੇ ਸੀ ਕਿ ਇਹ ਖਾਣਾ ਝੂਠਾ ਹੋ ਗਿਆ। ਹੁਣ ਤੁਸੀਂ ਇੱਕ ਹੱਥ ਨਾਲ ਖਾਓ ਔਰ ਇੱਕ ਹੱਥ ਜਿਹੜਾ ਹੈ ਉਹਨੂੰ ਲੈਣ ਵਾਸਤੇ ਕੋਈ ਚੀਜ਼ ਉਹਨੂੰ ਸੁੱਚਾ ਰੱਖੋ। ਤੇ ਉਹ ਕਹਿ ਰਹੇ ਨੇ ਕਿ ਤੁਹਾਨੂੰ ਇਹਦੇ ਨਾਲ ਫਰਕ ਨਹੀਂ ਪੈਂਦਾ ਲੇਕਿਨ ਮੈਨੂੰ ਬਹੁਤ ਫਰਕ ਪੈਂਦਾ ਹੈ। ਤੁਸੀਂ ਸਾਰਾ ਖਾਣਾ ਝੂਠਾ ਕਰ ਦਿੱਤਾ, ਤੁਸੀਂ ਆਪਣੇ ਆਪ ਨੂੰ ਕੀ ਸਮਝਦੇ ਹੋ। ਤੇ ਇਹ ਗੱਲ ਜਿਸ ਵੇਲੇ ਮੈਂ ਕੌਡੇ ਰਾਖਸ਼ ਦੀ ਸਾਖੀ ਪੜ੍ਹੀ ਦੁਬਾਰਾ ਤੇ ਮੈਨੂੰ ਸਮਝ ਆਇਆ ਕਿ ਇਹ ਕਿੰਨਾ ਵੱਡਾ ਗੁਨਾਹ ਹੋ ਜਾਂਦਾ ਹੈ ਅਗਰ ਅਸੀਂ ਝੂਠਾ ਖਾਣਾ ਦਿੰਦੇ ਹਾਂ ਕਿਸੇ ਨੂੰ। ਤੇ ਕਦੀ ਵੀ ਕਿਸੇ ਨੂੰ ਵੀ ਝੂਠਾ ਖਾਣਾ ਨਹੀਂ ਦੇਣਾ ਚਾਹੀਦਾ ਹੈ। ਬਹੁਤ ਗੰਦੀ ਆਦਤ ਹੁੰਦੀ ਹੈ ਘਰਾਂ ਵਿੱਚ ਕਿ ਅਗਰ ਝੂਠਾ ਬਚ ਗਿਆ ਖਾਣਾ ਨਹੀਂ ਖਾਦਾ ਬੱਚਿਆਂ ਨੇ, ਤੁਸੀਂ ਕੰਮ ਵਾਲੀ ਨੂੰ ਦੇ ਦੇਣੇ ਆ। ਕਦੀ ਕਿਸੇ ਨੂੰ ਝੂਠਾ ਖਾਣਾ ਨਹੀਂ ਦੇਣਾ ਚਾਹੀਦਾ। ਇਹ ਵੀ ਬਹੁਤ ਸਮਝਣ ਵਾਲੀ ਗੱਲ ਹੈ। ਤੇ ਜੋ ਮੈਨੂੰ ਸਮਝ ਆਇਆ ਮੈਂ ਅੱਜ ਦੋਨੋਂ ਟੌਪਿਕ ਤੁਹਾਡੇ ਨਾਲ ਸ਼ੇਅਰ ਕੀਤੇ ਕਿਉਂਕਿ ਸਾਡੇ ਕੋਲ ਦਿਨ ਬਹੁਤ ਗਿਨੇ ਚੁਨੇ ਨੇ ਔਰ ਹਰ ਇੱਕ ਟੌਪਿਕ ਬਹੁਤ ਜ਼ਰੂਰੀ ਹੈ। ਔਰ ਇਹ ਮਾਸਾਹਾਰ ਸ਼ਾਕਾਹਾਰ ਵਾਲਾ ਟੌਪਿਕ ਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਔਰ ਵੰਡ ਛਕੋ ਕਿ ਵੰਡ ਛਕੋ ਦਾ ਸਿਧਾਂਤ ਕਿੰਨਾ ਗਹਿਰਾ ਹੈ ਕਿ ਹਰ ਚੀਜ਼ ਜੋ ਪਰਮਾਤਮਾ ਨੇ ਸਾਨੂੰ ਗੁਣ ਦਿੱਤਾ ਉਹ ਵੰਡ ਕੇ ਛਕਣਾ। ਉਹ ਕੇਵਲ ਸਾਡੇ ਵਾਸਤੇ ਨਹੀਂ ਹੈ, ਸਾਰਿਆਂ ਵਾਸਤੇ। ਇਸ ਲਈ ਮੈਂ ਬਾਰ-ਬਾਰ ਕਹਿੰਦੀ ਆ ਕਿ ਜੋ ਮੈਨੂੰ ਸਮਝ ਆ ਰਿਹਾ ਪਰਮਾਤਮਾ ਦੇ ਰਿਹਾ ਉਹ ਮੇਰੇ ਵਾਸਤੇ ਨਹੀਂ ਹੈ, ਉਹ ਸਾਡੇ ਸਾਰਿਆਂ ਵਾਸਤੇ ਵੀ ਹੈ। ਨਾ ਸਮਝੋ ਕਿ ਜੱਸੀ ਮੈਡਮ ਦੱਸ ਰਹੀ ਹੈ ਤੇ ਸਾਨੂੰ ਬਹੁਤ ਫਾਇਦਾ ਹੋ ਰਿਹਾ, ਨਹੀਂ, ਪਹਿਲੇ ਸਭ ਤੋਂ ਮੈਨੂੰ ਫਾਇਦਾ ਹੋ ਰਿਹਾ, ਮੈਨੂੰ ਸਮਝ ਆ ਰਹੀ ਹੈ ਤੇ ਫਿਰ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਕਿਉਂਕਿ ਮੈਨੂੰ ਪਰਮਾਤਮਾ ਦੇ ਹੀ ਇਸ ਵਾਸਤੇ ਰਿਹਾ ਕਿ ਮੈਂ ਉਹ ਸ਼ੇਅਰ ਕਰਾਂ। ਸੋ ਜੋ ਮੈਨੂੰ ਸਮਝ ਆਇਆ ਮੈਂ ਦੋਨੋਂ ਟੌਪਿਕ ਤੁਹਾਡੇ ਨਾਲ ਸ਼ੇਅਰ ਕੀਤੇ। ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। ਇਸ ਤੋਂ ਅੱਗੇ ਦੀ ਵਿਚਾਰ ਅਸੀਂ ਕੱਲ ਕਰਾਂਗੇ ਹੋਰ ਸਿਧਾਂਤਾਂ ਦੀ। ਸੋ ਕਿਸੇ ਦਾ ਕੋਈ ਪ੍ਰਸ਼ਨ ਹੈ ਤੇ ਤੁਸੀਂ ਜ਼ਰੂਰ ਕਰੋ। ਥੈਂਕ ਯੂ, ਥੈਂਕ ਯੂ, ਥੈਂਕ ਯੂ, ਬਹੁਤ-ਬਹੁਤ ਗ੍ਰੈਟੀਟਿਊਡ ਕਿ ਇਹ ਚੀਜ਼ਾਂ ਮੇਰੀ ਵੀ ਸਮਝ ਆ ਰਹੀਆਂ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਪਾ ਰਹੀ ਹਾਂ। ਥੈਂਕ ਯੂ।